ਕੀ ਕਾਰੋ, ਕਰੇ ਤੇਰਾ ਕਾਰਜ ਸਭ ਸੰਵਾਰਣਾ। ਸਭਨਾ ਗਲਾ ਸਮਰਥ ਸੁਆਮੀ ਸੋ ਕਿਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੂ ਕਰਨਾਲੇ। ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ, ਕਰਤਾ ਤੇਰੇ ਸਭ ਕੁਛ ਹੈ ਜਿਸ ਤੇ ਸੋ ਪਾਵੇ। ਸਦਾ ਸਿਵਤ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹੈ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ, ਸਾਚਾ ਨਾਮ ਮੇਰਾ ਆਧਾਰ, ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਇਆ, ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰ ਵਿਟਹੁ ਜਿਸ ਦੀਆਂ ਇਹ ਵਡਿਆਈਆਂ, ਕਹੈ ਨਾਨਕ ਸੰਤੋ ਸ਼ਬਦ ਕਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰਤਾਰਿਆ। ਪੰਚ ਦੂਤ ਤੁਧ ਵਾਸੇ ਕੀਤੇ ਕਾਲ ਕੰਟਕ ਮਾਰਿਆ, ਤੁਲ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ। ਕਹੈ ਨਾਨਕ ਤੈਸ ਕਹੋ ਆਤਿਤ ਕਰ ਅਨਹਦ ਵਾਜੇ, ਅਨੰਦ ਸੁਣੋ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਪਿਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਪਏ ਸਖਸੇ ਪੂਰੇ ਗੁਰ ਤੇ ਜਾਣੇ, ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ। ਬੈਰਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੁਰੇ ਸ਼ਲੋਕ, ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤ। ਦਿਵਸ ਰਾਤ ਦੁਇ ਦਾਈ ਦਾਇਆ ਖੇਲੇ ਸਗਲ ਜਗਤ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮਾ ਦੂਰ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ, ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਵਾਹਿਗੁਰੂ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਚਕਰ ਚਹਨ ਅਰ ਬਰਨ ਜਾਤ ਅਰ ਪਾਤ ਨਹਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕਹਿ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਹੇ ਸਹਾਣ ਗਣਜੈ ਤਰੇ ਭਵਨ ਮਹੀਪਉ ਸੁਰ ਨਰ ਅਸੁਰ
नेत नेत बान तृण कहत, त्वा सर्ब नाम कथय कबन। कर्म नाम वर्णत सुमत, त्वा सर्ब नाम कथय कवन। कर्म नाम वर्णत सुमत, राख लेहो हम ते बिगरी। सील धर्म जप भगत न कीने, हो अभिमान टेढ़ पगरी। अमर जान संची एह काया, एह मिथ्या काची गगरी। जिन्हा निवाज साज हम किए, तिसा विसार अवर लगरी। संधक तो है साध नहीं कहियो, शरण परे तुमरी पगरी। कह कबीर एह बिनती सुनियो, मत घालो जम की खबरी। सुपन चरित्र चित्र, बानक बन बचित्र। पावन पवित्र मित्र, आज मोरे आए हैं। पावन पवित्र मित्र, आज मोरे आए हैं। परम दयाल लाल, लोचन विशाल। मुख बचन रसाल, मधु मधुर पियाए हैं। शोभत सहजासन, बिलासन दयंक माल। प्रेम रस बिस्म हुए, सहज समाये हैं। चात्रक शब्द सोना, अखियां उघर गई। भई जल मीन गत, बिरहा जगाए हैं। आज मोरे आए हैं। हम अवगुण भरे, एक गुण नाही। अमृत छाड़ बिख बिख खाई। माया मोह भरम पै भूले। सुत दारा स्यों प्रीत लगाई। एक उत्तम पंथ सुन्यो गुर संगत। तेह मिलंत जम त्रास मिटाई। एक अरदास पाठ कीरत की। गुर रामदास राखो सरणाई। सो कहो टल गुर सेविया। अहनस सहज सुभाए। दर्शन परसे गुरु का। जन्म मरण दुख जाय। होवै सिफत खसंबंधी। नूर अरसह कुरसह ਢਾਡੀਐ। तुद डठे सच्चे पातशाह। मल जन्म जन्म दी ਕੱਟੀਐ। सज्जन सच्चा पातशाह। सिर सहांद ਸ਼ਾਹੋ जिस पास बैठिया। ਸੋਹੀਐ। सबना दा बेसाहो। ਸਤਿ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾਂ। ਮਾਤ ਪਿਤਾ ਸੁਤ ਬੰਧਪ ਭਾਈ, ਨਾਨਕ ਹੋਵਾ ਪਾਰ ਬ੍ਰਹਮ ਸਹਾਈ। ਮਾਤ ਪਿਤਾ ਸੁਤ ਬੰਧਪ ਭਾਈ, ਨਾਨਕ ਹੋਵਾ ਪਾਰ ਬ੍ਰਹਮ ਸਹਾਈ। ਸੁਖ ਸਹਿਜ ਆਨੰਦ ਘਣੇ, ਗੁਰ ਪੂਰਾ ਪੂਰੀ ਜਾ ਕੀ ਬਾਣੀ। ਅਨਕ ਗੁਣਾ ਜਾ ਕੇ ਜਾਹੇ ਨਾ ਗਣੇ ਰਹਾਉ। ਸਗਲ ਸਰੰਜਾਮ ਕਰੇ ਪਵੇ ਆਪੇ, ਭਏ ਮਨੋਰਥ ਸੋ ਪ੍ਰਭ ਜਾਪੇ। ਅਰਥ ਧਰਮ ਕਾਮ ਮੋਖ ਕਾ ਦਾਤਾ, ਪੂਰੀ ਭਈ ਸਿਮਰ ਸਿਮਰ ਵਿਧਾਤਾ। ਸਾਧ ਸੰਗ ਨਾਨਕ ਰੰਗ ਮਾਣਿਆ, ਘਰ ਆਇਆ ਪੂਰਾ ਗੁਰ ਆਣਿਆ। ਸਾਧ ਸੰਗ ਨਾਨਕ ਰੰਗ ਮਾਣਿਆ, ਘਰ ਆਇਆ ਪੂਰਾ ਗੁਰ ਆਣਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਕਾਰਯੋਗ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਵੱਡੇ ਭਾਗ ਹਨ ਦੀਨ ਦੁਨੀਆ ਦੇ ਮਾਲਕ ਸਤਿਗੁਰੂ, ਹਾਲਤ ਤੇ ਪਲਤ ਦੇ ਰੱਖਿਅਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ 'ਚ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਸਤਿਗੁਰੂ ਨੌਵੇਂ ਪਾਤਸ਼ਾਹ ਤਿਲਕ ਤੇ ਜੰਜੂ ਦੇ ਰਾਖੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਦਿਹਾੜਾ ਔਰ ਭਗਤ ਧੰਨਾ ਜੀ ਦਾ ਜਨਮ ਦਿਹਾੜਾ ਬਹੁਤ ਹੀ ਸ਼ਰਧਾ ਭਾਵਨਾ ਤੇ ਸਤਿਕਾਰ ਸਹਿਤ ਗੁਰੂ ਚਰਨਾਂ 'ਚ ਇਕੱਤਰ ਹੋ ਕੇ ਮਨਾ ਰਹੇ ਹੋ। ਅੱਜ ਦਾ ਇਹ ਭਾਗਾਂ ਭਰਿਆ ਦਿਨ, ਜਿਸ ਦਿਨ ਅੰਮ੍ਰਿਤ ਵੇਲੇ, ਅੱਜ ਦਾ ਜਿਹੜਾ ਇਹ ਦਿਨ ਹੈ ਅੰਮ੍ਰਿਤ ਵੇਲੇ ਦੇ ਸਮੇਂ ਸਨ 1621 ਈਸਵੀ ਨੂੰ ਪਿਤਾ ਜਗਤ ਗੁਰੂ ਮੇਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਗ੍ਰਹਿ ਵਿਖੇ ਜਗਤ ਮਾਤਾ ਸਤਿਕਾਰਯੋਗ ਮਾਤਾ ਨਾਨਕੀ ਜੀ ਦੇ ਉਦਰ ਤੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਪ੍ਰਕਾਸ਼ ਧਾਰਨ ਕੀਤਾ।
ਅੰਮ੍ਰਿਤ ਵੇਲੇ ਦਾ ਸਮਾਂ ਸੀ। ਸੇਵਾਦਾਰ ਗੁਰੂ ਕੇ ਮਹਿਲਾਂ ਤੋਂ ਚੱਲ ਕੇ ਛੇਵੇਂ ਪਾਤਸ਼ਾਹ ਅਕਾਲ ਤਖਤ ਸਾਹਿਬ ਤੇ ਸਜੇ ਹੋਏ ਆਸਾ ਜੀ ਦੀ ਵਾਰ ਦਾ ਕੀਰਤਨ ਸੁਣ ਰਹੇ ਨੇ। ਇੱਥੇ ਆਣ ਕੇ ਸੇਵਾਦਾਰ ਨੇ ਬੇਨਤੀ ਕੀਤੀ, ਮਹਾਰਾਜ ਵਧਾਈ ਹੋਵੇ, ਆਪ ਜੀ ਦੇ ਗ੍ਰਹਿ ਵਿਖੇ ਸਾਹਿਬਜ਼ਾਦੇ ਦਾ ਜਨਮ ਹੋਇਆ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪੰਜਵੇਂ ਸਾਹਿਬਜ਼ਾਦੇ ਹਨ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ। ਨੌਵੇਂ ਪਾਤਸ਼ਾਹ ਤੋਂ ਪਹਿਲਾਂ ਚਾਰ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹਨ। ਵੱਡੇ ਬਾਬਾ ਗੁਰਦਿੱਤਾ ਜੀ ਹਨ, ਬਾਬਾ ਸੂਰਜਮਲ ਜੀ, ਬਾਬਾ ਅਣੀ ਰਾਏ ਜੀ, ਬਾਬਾ ਅਟਲ ਰਾਏ ਜੀ। ਔਰ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਵੱਡੀ ਭੈਣ ਜੋ ਬਾਬਾ ਗੁਰਦਿੱਤਾ ਜੀ ਤੋਂ ਛੋਟੇ ਸਨ, ਬੀਬੀ ਵੀਰੋ ਜੀ। ਨੌਵੇਂ ਪਾਤਸ਼ਾਹ ਦਾ ਜਿਸ ਵਕਤ ਪ੍ਰਕਾਸ਼ ਹੋਇਆ, ਖਬਰ ਦਿੱਤੀ ਸੇਵਾਦਾਰ ਨੇ, ਛੇਵੇਂ ਪਾਤਸ਼ਾਹ ਆਸਾ ਜੀ ਦੀ ਵਾਰ ਦਾ ਕੀਰਤਨ ਸੁਣ ਰਹੇ ਹਨ। ਪਾਤਸ਼ਾਹ ਨੇ ਇਸ਼ਾਰਾ ਕੀਤਾ ਔਰ ਅਡੋਲ ਬੈਠੇ ਰਹੇ। ਇਸ ਵੇਲੇ ਤਾਈਂ ਆ ਜਿਹੜਾ ਹੁਣ ਸਮਾਂ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਸਮਾਪਤੀ ਹੋਈ, ਭੋਗ ਤੋਂ ਬਾਅਦ ਮਹਾਰਾਜ ਸੱਚੇ ਪਾਤਸ਼ਾਹ ਜੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਚੱਲ ਕੇ ਆਪਣੇ ਮਹਿਲਾਂ ਵਿੱਚ ਆਏ ਹਨ, ਗੁਰੂ ਕੇ ਮਹਿਲਾਂ 'ਚ। ਇੱਕ ਦਿਨ ਦੇ ਬਾਲਕ ਜਿਹੜੇ ਹਾਲੇ ਕੁਝ ਸਮਾਂ ਪਹਿਲਾਂ ਹੀ ਅਵਤਰਿਤ ਹੋਏ ਨੇ, ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੇ ਪਾਵਨ ਦਸਤ ਕਮਲਾਂ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਚੁੱਕਿਆ ਹੈ ਔਰ ਗੁਰਦੇਵ ਦੇ ਸੋਹਣੇ ਚਰਨ ਕਮਲ, ਨੌਵੇਂ ਪਾਤਸ਼ਾਹ ਦੇ ਬਾਲ ਰੂਪ ਵਿੱਚ ਛੋਟੇ ਛੋਟੇ ਚਰਨ ਨੇ ਸਤਿਗੁਰਾਂ ਦੇ। ਆਹਾ, ਬੜੇ ਸੁੰਦਰ ਚਰਨ ਹਨ ਨੌਵੇਂ ਪਾਤਸ਼ਾਹ ਦੇ। ਸਤਿਗੁਰਾਂ ਦੇ ਇੱਕ ਇੱਕ ਨਖ ਤੋਂ, ਅੰਗੂਠੇ ਦੇ, ਉਂਗਲੀਆਂ ਦੇ ਨੋਹਾਂ ਤੋਂ ਕਰੋੜਾਂ ਸੂਰਜਾਂ ਦੀ ਕ੍ਰਾਂਤੀ ਵੀ ਵਾਰੇ-ਵਾਰੇ ਜਾ ਰਹੀ ਹੈ। ਐਸੇ ਸੁੰਦਰ ਚਰਨ ਕਮਲਾਂ ਦੇ ਉੱਤੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੀਸ ਝੁਕਾ ਕੇ ਮੱਥਾ ਟੇਕਿਆ, ਨਮਸਕਾਰ ਕੀਤੀ ਹੈ। ਲਾਗੇ ਬਾਬਾ ਬਿਧੀ ਚੰਦ ਸਾਹਿਬ, ਭਾਈ ਜੇਠਾ ਜੀ ਵਰਗੇ ਮਹਾਨ ਗੁਰਸਿੱਖ ਖੜੇ ਨੇ। ਬਾਬਾ ਬਿਧੀ ਚੰਦ ਸਾਹਿਬ ਜੀ ਨੇ ਪੁੱਛਿਆ ਹੈ, ਹੇ ਮੇਰੀ ਪੀਰੀ ਦੇ ਮਾਲਕ ਸਤਿਗੁਰੂ, ਇਹ ਕੀ ਖੇਡ ਹੈ? ਇੱਕ ਦਿਨ ਦੇ ਬਾਲਕ ਦੇ ਚਰਨਾਂ ਤੇ ਆਪ ਜੀ ਨੇ ਪ੍ਰਣਾਮ ਕੀਤੀ ਹੈ। ਇਹਦਾ ਮਤਲਬ ਕੋਈ ਬੜਾ ਗੁੱਝਾ ਕਾਰਨ ਹੈ। ਛੇਵੇਂ ਪਾਤਸ਼ਾਹ ਨੇ ਮੁਖੋਂ ਬਚਨ ਫਰਮਾਏ, ਇਹ ਮਹਾਨ ਤਿਆਗ ਦੀ ਮੂਰਤ ਹਨ, ਅਵਤਾਰੀ ਪੁਰਸ਼ ਹਨ। ਇਹਨਾਂ ਦੇ ਤਿਆਗ ਤੇ ਬਲਿਦਾਨ ਨੂੰ ਅਸੀਂ ਪ੍ਰਣਾਮ ਕੀਤਾ ਹੈ ਔਰ ਅਸੀਂ ਪ੍ਰਣਾਮ ਇਸ ਕਰਕੇ ਵੀ ਕੀਤਾ ਹੈ ਕਿ ਇਹਨਾਂ ਦੇ ਗ੍ਰਹਿ ਵਿਖੇ ਆਉਣ ਵਾਲੇ ਸਮੇਂ ਵਿੱਚ ਪੰਥ ਦੀ ਸਾਜਨਾ ਕਰਨ ਵਾਲੇ ਮਰਦ ਅਗੰਮੜੇ ਦਾ, ਸੂਰਮੇ ਦਾ ਜਨਮ ਹੋਣਾ। ਇਹ ਬਚਨ ਛੇਵੇਂ ਪਾਤਸ਼ਾਹ ਨੇ ਅੱਜ ਦੇ ਦਿਨ ਹੀ ਫਰਮਾ ਦਿੱਤੇ ਸਨ। ਨਾਮ ਰੱਖਿਆ ਤਿਆਗ ਮੱਲ। ਉਹ ਨਾਮ ਕਰਤਾਰਪੁਰ ਸਾਹਿਬ ਦੀ ਜੰਗ ਤੋਂ ਬਦਲ ਕੇ ਛੇਵੇਂ ਪਾਤਸ਼ਾਹ ਨੇ ਰੱਖਿਆ ਸੀ ਤੇਗ ਬਹਾਦਰ ਸਾਹਿਬ। ਐਸਾ ਵੀ ਵਿਦਵਾਨ ਕਹਿੰਦੇ ਨੇ, ਪਰ ਪੁਰਾਤਨ ਇਤਿਹਾਸਕ ਗ੍ਰੰਥਾਂ ਵਿੱਚ, ਗੁਰ ਪ੍ਰਤਾਪ ਵਿੱਚ, ਗੁਰ ਬਿਲਾਸਾਂ ਵਿੱਚ ਇਹਦਾ ਜ਼ਿਕਰ ਨਹੀਂ ਆਇਆ।
ਸਾਹਿਬ ਦਾ ਨਾਮ ਤੇਗ ਬਹਾਦਰ ਕਰਕੇ ਪ੍ਰਚਲਿਤ ਹੋਇਆ। ਬਚਪਨ ਵਿੱਚ ਹੀ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਪਰਮ ਵੈਰਾਗ ਦੀ ਮੂਰਤ ਬਣ ਕੇ ਵਿਚਰਦੇ ਹਨ। ਇਤਨਾ ਭਾਰੀ ਵੈਰਾਗ ਸਾਹਿਬ ਦੇ ਹਿਰਦੇ ਵਿੱਚ ਹੈ। ਅਕਸਰ ਕਈ ਵਾਰ ਪਰਮ ਵੈਰਾਗ ਚ ਭਿੱਜੇ ਹੋਏ 4 ਬਰਸ ਦੀ 5 ਬਰਸ ਦੀ ਉਮਰ ਵਿੱਚ ਹੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆਪਣੇ ਮਹਿਲਾਂ ਤੋਂ ਚੱਲ ਕੇ ਬਾਹਰ ਚਲੇ ਜਾਂਦੇ, ਕਿਉਂਕਿ ਉਦੋਂ ਆਲੇ ਦੁਆਲੇ ਜੰਗਲ ਹੀ ਸੀ, ਬੇਰੀਆਂ ਦੇ ਝੁੰਡ ਸੀ, ਖੇਤ ਸਨ। ਉੱਥੇ ਜਾ ਕੇ ਨੌਵੇਂ ਪਾਤਸ਼ਾਹ ਜੀ ਨੇ ਗੁਪਤ ਹੋ ਜਾਣਾ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਖੇਡ ਗੁਪਤ ਰਹਿਣ ਦੀ ਸੀ। ਜਿਵੇਂ ਡਾਕਟਰ ਭਾਈ ਵੀਰ ਸਿੰਘ ਜੀ ਨੇ ਬਚਨ ਲਿਖੇ ਹੈ ਨਾ, ਮੇਰੀ ਛੁਪੇ ਰਹਿਣ ਦੀ ਚਾਹ ਤੇ ਛੁਪ ਟੁਰ ਜਾਣ ਦੀ, ਪੂਰੀ ਹੁੰਦੀ ਨਾ ਮੈਂ ਤਰਲੇ ਲੈ ਰਿਹਾ। ਜੇ ਮੱਖਣ ਸ਼ਾਹ ਵੀ ਮਹਾਰਾਜ ਜੀ ਨੂੰ ਪ੍ਰਗਟ ਕਰਨਾ ਚਾਹੁੰਦਾ ਸੀ ਤੇ ਸਤਿਗੁਰਾਂ ਆਖਿਆ ਮੂੰਹ ਕਾਲਾ ਕਰਾਂਗੇ ਜੇ ਸਾਨੂੰ ਪ੍ਰਗਟ ਕੀਤਾ। ਤੋ ਐਸੇ ਜਗਤ ਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਬਾਹਰ ਚਲੇ ਜਾਣਾ ਤੇ 2-2 3-3 ਦਿਨ ਸਿੱਖਾਂ ਨੇ ਲੱਭੀ ਜਾਣਾ ਤੇ ਫਿਰ ਲੱਭਣਾ। ਜਦੋਂ ਮਿਲਣਾ ਤੇ ਕੀ ਵੇਖਣਾ ਕਿ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਦੀਆਂ ਅੱਖਾਂ ਦੇ ਕੋਨੇ ਪਾਣੀ ਨਾਲ ਭਿੱਜੇ ਹੋਣੇ, ਨੇਤਰਾਂ ਦੇ ਜਲ ਨਾਲ ਭਿੱਜੇ ਹੋਣੇ, ਔਰ ਇਤਨੇ ਜ਼ਿਆਦਾ ਭਿੱਜੇ ਰਹਿਣ ਕਰਕੇ ਕਈ ਵਾਰ ਅੱਖਾਂ ਦੇ ਕੋਨੇ ਮਹਾਰਾਜ ਨੌਵੇਂ ਪਾਤਸ਼ਾਹ ਦੇ ਨੇਤਰਾਂ ਦੇ ਜਲ ਨਾਲ ਗਲ ਜਾਇਆ ਕਰਦੇ ਸਨ, ਉੱਥੇ ਜ਼ਖਮ ਹੋ ਜਾਇਆ ਕਰਦੇ ਸਨ। ਇਹ ਬਚਨ ਗਿਆਨੀ ਗਿਆਨ ਸਿੰਘ ਹੋਣਾ ਨੇ ਤਵਾਰੀਖ ਗੁਰੂ ਖਾਲਸਾ ਵਿੱਚ ਲਿਖੇ ਹਨ। ਪਰਮ ਵੈਰਾਗ ਦੀ ਮੂਰਤ ਬਣ ਕੇ ਮੇਰੇ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਵਰਤਦੇ ਹਨ। ਏਦਾਂ ਕਹਿ ਸਕਦੇ ਹਾਂ ਕਿ ਪੂਰੇ ਸੰਸਾਰ ਭਰ ਦੇ ਵਿੱਚ ਜਿਤਨੇ ਵੀ ਜੀਵਾਂ ਦੇ ਹਿਰਦਿਆਂ 'ਚ ਵੈਰਾਗ ਹੈ, ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਸਮੁੰਦਰ ਵੈਰਾਗ ਰੂਪੀ ਸਮੁੰਦਰ ਵਿੱਚੋਂ ਪੂਰੇ ਦੁਨੀਆ ਭਰ ਦੇ ਲੋਕਾਂ ਵਿੱਚ ਜਿਤਨਾ ਵੈਰਾਗ ਹੈ ਉਹ ਕੇਵਲ ਇੱਕ ਬੂੰਦ ਮਾਤਰ ਹੈ। ਔਰ ਸਾਹਿਬ ਨੌਵੇਂ ਪਾਤਸ਼ਾਹ ਉਸ ਵੈਰਾਗ ਦੇ ਅਥਾਹ ਸਮੁੰਦਰ ਹਨ। ਇਸੇ ਕਰਕੇ ਗੁਰਦੇਵ ਨੂੰ ਤਿਆਗ ਦੀ ਮੂਰਤ ਵੀ ਕਹਿੰਦੇ ਆ। ਜਿੱਥੇ ਵੈਰਾਗ ਹੋਵੇਗਾ ਉੱਥੇ ਤਿਆਗ ਸੁਤੇ ਸੁਧ ਹੋਵੇਗਾ, ਜਿੱਥੇ ਵੈਰਾਗ ਨਹੀਂ ਉੱਥੇ ਤਿਆਗ ਨਹੀਂ। ਪਰਮ ਵੈਰਾਗ ਚ ਭਿੱਜੇ ਸਤਿਗੁਰੂ ਸੱਚੇ ਪਾਤਸ਼ਾਹ ਦਾ ਬਚਪਨ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਬੀਤ ਰਿਹਾ। ਜਦੋਂ 5 ਕੁ ਵਰਸ ਦੀ ਉਮਰ ਹੋਈ, ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਮਨ 'ਚ ਸੰਕਲਪ ਹੋਇਆ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਵਿਦਿਆ ਪੜ੍ਹਾਉਣ ਦਾ ਪ੍ਰਬੰਧ ਕੀਤਾ ਜਾਏ। ਕੌਣ ਪੜ੍ਹਾਉਣਗੇ ਇਹਨਾਂ ਨੂੰ? ਜਿਨ੍ਹਾਂ ਨੇ ਸਾਨੂੰ ਪੜ੍ਹਾਇਆ। ਗੁਰੂ ਘਰ ਦੇ ਮਹਾਨ ਅਨੰਨ ਸੇਵਕ, ਗੁਰ ਸਿੱਖੀ ਕੀ ਅਵਧ ਆਧਾਰਾ, ਜਿਨ੍ਹਾਂ ਨੂੰ ਗੁਰੂ ਕੀ ਸਿੱਖੀ ਦੀ ਹੱਦ ਕਿਹਾ, ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ। ਬਾਬਾ ਬੁੱਢਾ ਸਾਹਿਬ ਜੀ ਨੂੰ ਬੇਨਤੀ ਕੀਤੀ, ਬਾਬਾ ਜੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਵਿਦਿਆ ਤੁਸੀਂ ਪੜ੍ਹਾਓ। ਬਾਬਾ ਬੁੱਢਾ ਸਾਹਿਬ ਜੀ ਨੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੂੰ ਗੁਰਬਾਣੀ ਦੀ ਸੰਥਿਆ ਕਰਾਈ। ਗੁਰਬਾਣੀ ਦੀ ਸੰਥਿਆ ਦੇ ਨਾਲ ਸ਼ਸਤਰ ਵਿਦਿਆ, ਘੋੜ ਸਵਾਰੀ, ਨੇਜੇਬਾਜੀ ਦੀ ਜਿਹੜੀ ਵਿਦਿਆ ਸੀ ਨੌਵੇਂ ਪਾਤਸ਼ਾਹ ਨੂੰ ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਦਿੱਤੀ। ਔਰ ਇਤਿਹਾਸਕਾਰ ਕਹਿੰਦੇ ਤਕਰੀਬਨ 4 ਤੋਂ 5 ਬਰਸ ਤੱਕ ਦੀ ਉਮਰ ਤੱਕ ਬਾਬਾ ਬੁੱਢਾ ਸਾਹਿਬ ਜੀ ਕੋਲੋਂ ਨੌਵੇਂ ਪਾਤਸ਼ਾਹ ਜੀ ਨੇ ਵਿਦਿਆ ਪੜ੍ਹੀ ਹੈ। ਹੈਣ ਤਾਂ ਪੜ੍ਹੇ ਪੜ੍ਹਾਈ ਮੇਰੇ ਸਤਿਗੁਰੂ, ਇਹ ਤਾਂ ਪਾਤਸ਼ਾਹ ਦੀ ਲੀਲਾ ਹੈ, ਮਾਨਵੀ ਲੀਲਾ ਦਾ ਠਾਠ ਹੈ। ਸਮਾਂ ਬੀਤਿਆ, ਜੰਗਾਂ ਯੁੱਧਾਂ ਦੇ ਵਿੱਚ ਮਹਾਰਾਜ ਜੀ ਵਿਚਰੇ,
ਜੰਗਾਂ ਯੁੱਧਾਂ ਤੋਂ ਵਿਹਲੇ ਹੋ ਕੇ 6ਵੇਂ ਪਾਤਸ਼ਾਹ ਜਦੋਂ ਕੀਰਤਪੁਰ ਸਾਹਿਬ ਆਏ, ਸੱਚਖੰਡ ਜਾਣ ਦੇ ਤਿਆਰੇ ਕੀਤੇ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੂੰ ਆਪਣੇ ਨਾਨਕੇ ਪਿੰਡ ਬਾਬੇ ਬਕਾਲੇ ਜਾਣ ਦਾ ਹੁਕਮ ਕੀਤਾ। ਸਤਿਕਾਰਯੋਗ ਮਾਤਾ ਨਾਨਕੀ ਜੀ ਦੇ ਸਮੇਤ 9ਵੇਂ ਪਾਤਸ਼ਾਹ ਬਾਬਾ ਬਕਾਲਾ ਸਾਹਿਬ ਆ ਗਏ, ਜਿੱਥੇ ਆਣ ਕੇ ਪਾਤਸ਼ਾਹ ਨੇ ਆਪਣੇ ਜੀਵਨ ਦਾ ਲੰਮਾ ਸਮਾਂ 26 ਸਾਲ ਤੋਂ ਵੀ ਵਧੇਕ ਸਮਾਂ ਬਤੀਤ ਕੀਤਾ। ਉਧਰ 6ਵੇਂ ਪਾਤਸ਼ਾਹ ਦੇ ਸੱਚਖੰਡ ਜਾਣ ਤੋਂ ਬਾਅਦ 7ਵੇਂ ਪਾਤਸ਼ਾਹ ਫਿਰ 8ਵੇਂ ਪਾਤਸ਼ਾਹ ਗੁਰਗੱਦੀ ਦੇ ਰੱਥ ਤੇ ਸਵਾਰ ਹੋਏ। ਦਿੱਲੀ ਵਿਖੇ ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਜਦੋਂ ਖੇਡ ਵਰਤਾਈ ਤੇ ਬਚਨ ਕੀਤਾ, ਬਾਬਾ ਵਸਹਿ ਗ੍ਰਾਮ ਬਕਾਲੇ, ਬਨ ਗੁਰ ਸੰਗਤ ਸਕਲ ਸੰਭਾਲੇ। ਬਾਬਾ ਬਕਾਲਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਬਾਬਾ ਬਕਾਲਾ ਸਾਹਿਬ ਵਿਖੇ ਬਿਰਾਜਮਾਨ ਨੇ। ਗੁਰੂ ਹਰਕ੍ਰਿਸ਼ਨ ਸਾਹਿਬ ਦੇ ਨਾ ਬਚਨਾਂ ਕਰਕੇ ਕਿ ਬਾਬਾ ਬਕਾਲੇ ਬੜੇ ਬੜੇ ਪਖੰਡੀ ਤੇ ਦੰਭੀ ਬਾਬੇ ਬਕਾਲੇ ਆ ਪਹੁੰਚੇ। ਬਕਾਲੇ ਦੀ ਧਰਤੀ ਤੇ 22 ਮੰਜੀਆਂ ਲੱਗ ਗਈਆਂ। ਧੀਰਮਲ ਵਰਗੇ ਔਰ ਹੋਰ ਬਹੁਤ ਸਾਰੇ ਸੋਢੀ ਸਾਹਿਬਜ਼ਾਦੇ ਆਪਣੇ ਆਪ ਨੂੰ ਗੁਰੂ ਕਹਾਉਣ ਲੱਗ ਪਏ। ਸੰਗਤ ਵਿੱਚ ਕਾਫੀ ਸਮੇਂ ਤੱਕ ਭਰਮ ਰਿਹਾ, ਪੂਰਨ ਗੁਰੂ ਕੌਣ ਹੈ। ਧੀਰਮਲ ਕਹਿੰਦਾ, ਮੈਂ ਗੁਰੂ ਹਾਂ ਕਿਉਂਕਿ ਮੇਰੇ ਕੋਲੋਂ ਕਰਤਾਰਪੁਰ ਸਾਹਿਬ ਵੇਲੇ ਬੀੜ ਹੈ ਜਿਹੜੀ ਗੁਰੂ ਅਰਜਨ ਦੇਵ ਸਾਹਿਬ 5ਵੇਂ ਪਾਤਸ਼ਾਹ ਨੇ ਲਿਖਵਾਈ ਸੀ, ਜਿਸ ਪਾਵਨ ਬੀੜ ਦਾ ਪ੍ਰਕਾਸ਼ ਸਭ ਤੋਂ ਪਹਿਲੀ ਵੇਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਕੀਤਾ ਗਿਆ ਦਰਬਾਰ ਸਾਹਿਬ ਵਿਖੇ। ਉਹ ਬੀੜ ਮੇਰੇ ਪਾਸ ਹੈ, ਇਸ ਕਰਕੇ ਮੈਂ ਗੁਰੂ ਹਾਂ। ਧੀਰਮਲ ਦੀ ਇਸ ਦੁਕਾਨ ਜ਼ਿਆਦਾ ਵਧੀਆ ਚੱਲ ਰਹੀ ਸੀ ਕਿਉਂਕਿ ਗੁਰਬਾਣੀ ਦਾ ਆਸਰਾ ਲਿਆ ਹੋਇਆ ਸੀ ਵਿਖਾਵੇ ਵਾਸਤੇ। ਸੰਗਤ ਗੁੰਮਰਾਹ ਹੈ, ਨਹੀਂ ਸੋਝੀ ਆਉਂਦੀ। ਭਾਈ ਸਾਹਿਬ ਭਾਈ ਮੱਖਣ ਸ਼ਾਹ ਲੁਬਾਣੇ ਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਬੇੜਾ ਬੰਨੇ ਲਾਇਆ, ਇਹ ਚੱਲ ਕੇ ਗੁਰੂ ਚਰਨਾਂ 'ਚ ਹਾਜ਼ਰ ਹੋਇਆ। ਜੇਲਮ ਦੇ ਇਲਾਕੇ ਤੋਂ ਭਾਈ ਮੱਖਣ ਸ਼ਾਹ ਜੀ ਆਏ। ਬਕਾਲੇ ਜਦੋਂ ਪਹੁੰਚੇ ਤੇ ਹੈਰਾਨ ਹੋਏ ਕਿ ਇੱਥੇ ਤਾਂ 22 ਮੰਜੀਆਂ ਲੱਗੀਆਂ, ਕਿਵੇਂ ਪਰਖਾਂ। ਗੁਰੂ ਸਾਹਿਬ ਨੇ ਪਾਰਖੂ ਨਗਾ ਦੇਣੀ ਸੀ, ਆਖਿਆ ਸਭ ਨੂੰ ਭੇਟਾ ਕਰਦੇ ਚਲੇ ਜਾਂਦੇ ਆ, ਜਿਨ੍ਹਾਂ ਮੇਰਾ ਬੇੜਾ ਬੰਨੇ ਲਾਇਆ ਉਹ ਆਪਣੀ ਭੇਟਾ ਆਪ ਕਹਿ ਕੇ ਲੈ ਲੈਣਗੇ। 22 ਮੰਜੀਆਂ ਵਾਲਿਆਂ ਕੋਲ ਜਾ ਕੇ ਨਮਸਕਾਰਾਂ ਕੀਤੀਆਂ, ਕਿਸੇ ਨੇ ਸੰਤੁਸ਼ਟੀ ਨਹੀਂ ਕੀਤੀ। ਏਦਾਂ ਕਹਿੰਦੇ ਆ ਵੀ ਲੱਕੜ ਦੀਆਂ ਬਿੱਲੀਆਂ ਤਾਂ ਬਣ ਬੈਠੇ ਨੇ, ਮਿਆਉਂ ਕੌਣ ਕਹੇ। ਗੁਰੂ ਬਣ ਕੇ ਤਾਂ ਬਹਿ ਗਏ ਨੇ, ਪਰ ਗੁਰੂ ਵਾਲੀ ਕਲਾ ਕਿੱਥੋਂ ਲਿਆਉਣ। ਪੁੱਛਿਆ ਕੋਈ ਹੈ ਹਾਲੇ ਕੋਈ ਬਾਕੀ ਜੋ ਰਹਿ ਗਿਆ ਹੋਵੇ। ਕਿਸੇ ਆਖਿਆ ਹਾਂ ਹੈਣ ਇੱਕ ਮਸਤਾਨੇ ਦੀਵਾਨੇ। ਕਿਸੇ ਨਾਲ ਨਹੀਂ ਗੱਲਬਾਤ ਕਰਦੇ, ਨਾ ਕਿਸੇ ਨਾਲ ਉੱਠਦੇ ਆ, ਨਾ ਕਿਸੇ ਨਾਲ ਮਿਲਦੇ ਆ, ਆਪਣੀ ਮਸਤੀ 'ਚ ਰਹਿੰਦੇ ਨੇ। ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਦੇ ਸਾਹਿਬਜ਼ਾਦੇ ਨੇ, ਉਹਨਾਂ ਨੇ ਨਾਂ ਵੀ ਮੇਰੇ ਸਾਹਿਬ ਦਾ ਅਧੂਰਾ ਜਿਹਾ ਲਿਆ। ਭਾਈ ਮੱਖਣ ਸ਼ਾਹ ਜੀ ਕਹਿੰਦੇ ਚਲੋ ਇੱਕ ਵਾਰੀ ਦਰਸ਼ਨ ਤਾਂ ਉਹਨਾਂ ਦੇ ਵੀ ਕਰੀਏ, ਖਬਰੇ ਉਹੀ ਹੋਵਣ। ਜਾ ਗੁਰਦੇਵ ਦੇ ਚਰਨਾਂ ਤੇ ਪ੍ਰਣਾਮ ਕੀਤੀ, ਨਮਸਕਾਰ ਕੀਤੀ, 2 ਅਸ਼ਰਫੀਆਂ ਰੱਖੀਆਂ, ਨਮਸਕਾਰ ਕਰਕੇ ਮੱਥਾ ਟੇਕ ਕੇ ਸਾਹਮਣੇ ਖਲੋਤੇ। 9ਵੇਂ ਪਾਤਸ਼ਾਹ ਦੇ ਨੇਤਰ ਮੁੰਦੇ ਹੋਏ ਸਨ। ਵੇਖਿਆ ਕਿ ਜੇ ਹੁਣ ਅਸੀਂ ਨਾ ਬੋਲੇ ਕਿਤੇ ਗੁਰੂ ਘਰ ਦੇ ਇਸ ਅਨੰਨ ਸਿੱਖ ਦੇ ਮਨ ਦੀ ਸ਼ਰਧਾ ਟੁੱਟ ਨਾ ਜਾਏ, ਇਹਦਾ ਭਰੋਸਾ ਨਾ ਟੁੱਟ ਜਾਏ। ਆਪਣੇ ਸੇਵਕ ਦਾ ਭਰੋਸਾ ਰੱਖਣਾ ਸੀ। ਪਾਤਸ਼ਾਹ ਆਪਣੇ ਮੁਖੋਂ ਬੋਲੇ, ਮੱਖਣ ਸ਼ਾਹ ਆ ਵੇਖ ਸਾਡੇ ਮੋਢੇ ਤੇ ਕਸਰ ਹੈ ਹਾਲੇ ਵੀ,
ਤੇਰਾ ਬੇੜਾ ਬੰਨੇ ਲਾਇਆ ਸੀ। ਸੁਖਣਾ ਤੂੰ ਵੱਧ ਸੁਖੀ ਸੀ, ਭੇਟਾ ਕੁਝ ਹੋਰ ਕਰ ਰਿਹਾ। ਸੁਣਦਿਆਂ ਸਾਰ ਮੱਖਣ ਸ਼ਾਹ ਦੇ ਨੇਤਰ ਸਜਲ ਹੋਏ, ਜਿਵੇਂ ਡੰਡਾ ਜ਼ਮੀਨ ਤੇ ਡਿੱਗਦਾ ਸਤਿਗੁਰੂ ਨੌਵੇਂ ਪਾਤਸ਼ਾਹ ਦੇ ਚਰਨਾਂ ਤੇ ਡਿੱਗ ਪਿਆ। ਮੱਥਾ ਟੇਕਿਆ, ਮਹਾਰਾਜ ਬਾਹਰ ਸੰਗਤ ਭਟਕ ਰਹੀ ਹੈ, ਭੁੱਲੀ ਹੋਈ ਹੈ, ਕਿਰਪਾ ਕਰੋ ਆਪਣੇ ਦਰਸ਼ਨ ਦੇ ਕੇ ਇਹਨਾਂ ਭੁੱਲਿਆਂ ਨੂੰ ਮਾਰਗ ਪਾਓ। ਪਾਤਸ਼ਾਹ ਕਹਿੰਦੇ, ਨਾ ਮੱਖਣ ਸ਼ਾਹ, ਅਸੀਂ ਪ੍ਰਗਟ ਨਹੀਂ ਹੋਣਾ। ਮਹਾਰਾਜ ਜੀ, ਤੁਸੀਂ ਪ੍ਰਗਟ ਨਹੀਂ ਹੋਣਾ ਤੇ ਮੈਂ ਜਾ ਕੇ ਬਾਹਰ ਪ੍ਰਗਟ ਕਰਾਂਗਾ। ਆਖਿਆ, ਜਿਹਨੇ ਪ੍ਰਗਟ ਕੀਤਾ ਉਹਦਾ ਮੂੰਹ ਕਾਲਾ ਕਰਾਂਗੇ। ਭਾਈ ਮੱਖਣ ਸ਼ਾਹ ਜੀ ਕਹਿੰਦੇ, ਮਹਾਰਾਜ ਮੇਰੇ ਇੱਕ ਦਾ ਮੂੰਹ ਕਾਲਾ ਕੀਤਿਆਂ ਜੇ ਲੱਖਾਂ ਦੇ ਉਜਲੇ ਹੁੰਦੇ ਆ ਤਾਂ ਮੈਂ ਆਪਣਾ ਮੂੰਹ ਕਾਲਾ ਕਰਨ ਨੂੰ ਵੀ ਤਿਆਰ ਹਾਂ। ਗਏ ਗੁਰੂ ਕੇ ਲੰਗਰਾਂ 'ਚ, ਲੋਹ ਤੋਂ ਜਾ ਕੇ ਕਾਲਖ ਲਿਆ ਕੇ ਆਪਣੇ ਮੂੰਹ ਤੇ ਪੋਚੀ, ਕੋਠੇ ਦੀ ਛੱਤ ਤੇ ਚੜ੍ਹ ਕੇ ਗਲ ਵਿੱਚ ਪਾਏ ਪੱਲੂ ਨੂੰ ਦੂਰੋਂ ਫੇਰਦਿਆਂ ਸੰਗਤ ਨੂੰ ਹੋਕਾ ਦਿੱਤਾ ਤੇ ਬਚਨ ਕਿਹਾ, ਭੁੱਲੀਏ ਸੰਗਤੇ ਗੁਰ ਲਾਧੋ ਰੇ, ਗੁਰ ਲਾਧੋ ਰੇ, ਭੁੱਲੀਏ ਸੰਗਤੇ ਗੁਰ ਲਾਧੋ ਰੇ, ਗੁਰ ਲਾਧੋ ਰੇ। ਲਾਧੋ ਕਹਿੰਦੇ ਆ ਮੈਂ ਗੁਰੂ ਲੱਭ ਲਿਆ। ਆ ਜਿਹੜੇ ਬਾਹਰ ਬੈਠੇ ਨੇ ਪਖੰਡ ਦੀਆਂ ਦੁਕਾਨਾਂ ਨੇ, ਸੱਚੇ ਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਹਨ। ਇਹ ਸਭ ਕੱਚ ਪਿੱਚ ਹੈ ਜਿਨ੍ਹਾਂ ਨੂੰ ਤੁਸੀਂ ਵੇਖ ਰਹੇ ਹੋ। ਸੱਚ ਤਾਂ ਅੰਦਰ ਛੁਪਿਆ ਬੈਠਾ ਹੈ। ਸਤਿਗੁਰੂ ਨੌਵੇਂ ਪਾਤਸ਼ਾਹ ਜੀ ਦਾ ਤਖਤ ਸਜਾਇਆ। ਦਿੱਲੀ ਤੋਂ ਜਿਹੜੇ ਮਸੰਦ ਨੂੰ ਮਹਾਰਾਜ ਗੁਰੂ ਹਰਕ੍ਰਿਸ਼ਨ ਸਾਹਿਬ ਨੇ 5 ਪੈਸੇ ਨਾਰੀਅਲ ਦਿੱਤੇ ਸਨ, ਉਹ ਵੀ ਸਤਿਗੁਰਾਂ ਦੇ ਚਰਨਾਂ 'ਚ ਪਹੁੰਚ ਗਏ। ਬਾਬਾ ਬੁੱਢਾ ਸਾਹਿਬ ਜੀ ਦੀ ਵੰਸ਼ਜ ਸ਼੍ਰੀ ਸਾਹਿਬ ਤੇ ਕਲਗੀ ਤੇ ਦਸਤਾਰ ਲੈ ਕੇ, ਕਿਉਂਕਿ ਸਭ ਤੋਂ ਪਹਿਲੀ ਦਸਤਾਰ ਕਲਗੀ ਔਰ ਸ਼੍ਰੀ ਸਾਹਿਬ, ਜਿਹੜੇ ਗੁਰੂ ਸਾਹਿਬਾਨ ਗੁਰਤਾ ਗੱਦੀ ਦੇ ਰੱਥ ਤੇ ਬੈਠਦੇ, ਉਹ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ ਬੰਸ ਵੱਲੋਂ ਦਿੱਤਾ ਜਾਂਦਾ ਸੀ। ਪਹਿਲਾਂ ਕੱਲੀ ਦਸਤਾਰ ਦਿੱਤੀ ਜਾਂਦੀ ਸੀ। 6ਵੇਂ ਪਾਤਸ਼ਾਹ ਦੇ ਸਮੇਂ ਸ਼੍ਰੀ ਸਾਹਿਬ ਤੇ ਕਲਗੀ ਦੇਣ ਦੀ ਮਰਿਆਦਾ ਵੀ ਨਾਲ ਜੁੜੀ। ਬਾਬਾ ਬੁੱਢਾ ਸਾਹਿਬ ਜੀ ਦੀ ਅੰਸ ਬੰਸ ਵਿੱਚੋਂ ਜਿਹੜੇ ਮਹਾਂਪੁਰਸ਼ ਆਏ, ਉਹਨਾਂ ਦਾ ਨਾਮ ਸੀ ਬਾਬਾ ਗੁਰਦਿੱਤਾ ਸਾਹਿਬ। ਗੁਰਿਆਈ ਦਾ ਤਿਲਕ ਹੋਇਆ। ਸਤਿਗੁਰੂ ਨੌਵੇਂ ਪਾਤਸ਼ਾਹ ਜੀ ਨੇ ਪ੍ਰਗਟ ਹੋ ਕੇ ਸੰਗਤਾਂ ਨੂੰ ਦਰਸ਼ਨ ਦਿੱਤੇ। 22 ਮੰਜੀਆਂ ਤੇ ਬੈਠੇ ਪਖੰਡੀਆਂ ਦੇ ਦਰਸ਼ਨ ਕਰਕੇ ਕਿਸੇ ਦਾ ਮਨ ਸ਼ਾਂਤ ਨਹੀਂ ਸੀ ਹੋਇਆ। ਉਹ ਜਦੋਂ ਚੱਲ ਕੇ ਨੌਵੇਂ ਪਾਤਸ਼ਾਹ ਦੇ ਸਨਮੁਖ ਆਏ, ਗੁਰਦੇਵ ਦੇ ਸੋਹਣੇ ਸਵਰੂਪ ਦੇ ਦਰਸ਼ਨ ਕਰਦਿਆਂ ਹੀ ਤਿਨਾਂ ਦੇ ਬਲਦੇ ਤਪਦੇ ਹਿਰਦੇ ਠੰਡੇ ਠਾਰ ਤੇ ਸ਼ੀਤਲ ਹੋ ਗਏ। ਆਪ ਮੁਹਾਰੇ ਉਹਨਾਂ ਦੇ ਮੂੰਹੋਂ ਬਚਨ ਨਿਕਲੇ, ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾਂ ਸਾਹਮਣੇ। ਸਤਿਗੁਰਾਂ ਦੀ ਸੋਭਾ ਉਜਾਗਰ ਹੋਈ। ਸੰਗਤ ਸਭ ਇੱਥੇ ਪਹੁੰਚ ਗਈ। ਪਖੰਡੀਆਂ ਦੀਆਂ ਦੁਕਾਨਾਂ ਬੰਦ ਹੋ ਗਈਆਂ। ਧੀਰ ਮੱਲ ਨੂੰ ਗੁੱਸਾ ਆਇਆ। ਇਹਦਾ ਇੱਕ ਮਸੰਦ ਸੀ ਸਿੰਘਾਂ, ਬੜਾ ਗੁੰਡਾ ਸੀ। ਕਹਿੰਦਾ ਸੀ ਗੁਰੂ ਬਣਾਉਣਾ ਤਾਂ ਸਾਡੇ ਵੱਸ ਹੈ, ਜਿਹਨੂੰ ਅਸੀਂ ਜੇਬ ਚੋਂ ਕੱਢ ਕੇ ਬਣਾ ਦਈਏ ਗੁਰੂ, ਉਹ ਗੁਰੂ ਹੋ ਜਾਂਦਾ। ਇਹਦੇ ਕੁਝ ਬਦਮਾਸ਼ ਸਨ, ਉਹਨਾਂ ਨੂੰ ਬੰਦੂਕਾਂ ਦੇ ਕੇ ਬੀੜ ਕੇ ਬਿਠਾ ਦਿੱਤਾ। ਗੁਰੂ ਤੇਗ ਬਹਾਦਰ ਸਾਹਿਬ ਇੱਧਰੋਂ ਲੰਘਦੇ ਆ ਸਾਡੇ ਡੇਰੇ ਵੱਲੋਂ, ਜਦੋਂ ਲੰਘਣ ਗੋਲੀ ਚਲਾ ਕੇ ਮਾਰ ਦਿਆਂਗੇ। ਧੀਰਮੱਲ ਕਹਿੰਦਾ ਠੀਕ ਹੈ। ਗੋਲੀ ਚਲਾਈ। ਸਤਿਗੁਰੂ ਜੀ ਘੋੜੀ ਤੇ ਸਵਾਰ ਸਨ। ਗੋਲੀਆਂ ਪਾਤਸ਼ਾਹ ਦੇ ਸੱਜੇ ਖੱਬਿਓਂ ਲੰਘ ਗਈਆਂ। ਧੀਰਮੱਲ ਦੇ ਡੇਰੇ ਕੋਲ ਆ ਕੇ ਉਹ ਜਿਹੜਾ ਗੋਲੀਆਂ ਚਲਵਾ ਰਿਹਾ, ਪਾਤਸ਼ਾਹ ਆਪਣੇ ਮੁਖੋਂ ਬਚਨ ਫਰਮਾਉਂਦੇ ਆ, ਧੀਰਮੱਲ ਤੇਰਾ ਭਲਾ ਹੋਵੇ। ਭਲੋ ਧੀਰਮੱਲ ਭਲੋ, ਭਲੋ ਧੀਰਮੱਲ ਭਲੋ। ਉਹ ਗੋਲੀਆਂ ਚਲਾ ਰਿਹਾ ਤੇ ਬੁਰੇ ਦਾ ਭਲਾ ਕਿਵੇਂ ਕਰੀਦਾ, ਇਹ ਨੌਵੇਂ ਪਾਤਸ਼ਾਹ ਆਪਣੇ ਮੁਖੋਂ ਕਹਿ ਰਹੇ ਨੇ, ਤੇਰਾ ਭਲਾ ਹੋਵੇ, ਤੇਰਾ ਭਲਾ ਹੋਵੇ।
ਇੱਥੇ ਹੀ ਬਸ ਨਹੀਂ, ਮਹਾਰਾਜ ਜੀ ਦੇ ਘਰ ਪਹੁੰਚ ਗਿਆ। ਪਾਤਸ਼ਾਹ ਡੋਲ ਬੈਠੇ, ਗੋਲੀਆਂ ਚਲਾਈਆਂ, ਘਰ ਲੁੱਟ ਕੇ ਲੈ ਗਏ। ਇੱਕ ਗੋਲੀ ਮੇਰੇ ਸਾਹਿਬ ਨੌਵੇਂ ਪਾਤਸ਼ਾਹ ਦੇ ਮੱਥੇ ਦੇ ਉੱਤੇ ਜਿਹੜੀ ਦਸਤਾਰ ਦਾ ਇੱਕ ਪੇਚ ਹੁੰਦਾ ਉਹਨੂੰ ਛੂਹ ਕੇ ਲੰਘ ਗਈ। ਧੰਨ ਮਾਤਾ ਨਾਨਕੀ ਜੀ ਨੇ ਲਾਹਨਤਾਂ ਪਾਈਆਂ, ਓਏ ਧੀਰ ਮਲ ਸ਼ਰਮ ਕਰ, ਕੀ ਪਿਆ ਕਰਦਾ। ਘਰ ਲੁੱਟ ਕੇ ਲੈ ਗਏ। ਭਾਈ ਮੱਖਣ ਸ਼ਾਹ ਜੀ ਬਾਹਰ ਸਨ, ਜਦੋਂ ਵਾਪਸ ਆਏ ਪਤਾ ਲੱਗਾ ਧੀਰਮਲ ਦਾ ਸਾਰਾ ਹੀ ਡੇਰਾ ਲੁੱਟ ਲਿਆ ਹੈ। ਨੌਵੇਂ ਪਾਤਸ਼ਾਹ ਕਹਿੰਦੇ ਮੱਖਣ ਸ਼ਾਹ ਕੀ ਕੀਤਾ? ਉਹ ਲੁੱਟ ਕੇ ਲੈ ਗਏ, ਤੂੰ ਵੀ ਲੁੱਟ ਕੇ ਲੈ ਆਇਆ, ਤੇ ਕੀ ਫਰਕ ਰਿਹਾ? ਜੋ ਲਿਆਇਆ ਉਹਨੂੰ ਵਾਪਸ ਕਰਿਆ। ਕਹਿੰਦਾ ਜੀ ਆਪਣਾ ਸਮਾਨ ਤਾਂ ਰੱਖ ਲਈਏ। ਮਹਾਰਾਜ ਕਹਿੰਦੇ ਆਪਣਾ ਕੀ ਹੈ? ਆਖੋ ਸਤਿਨਾਮ ਸ੍ਰੀ। ਮੱਖਣ ਸ਼ਾਹ ਵੇਖ ਆਪਣਾ ਹੈ ਕੀ? ਜਿਹੜਾ ਆਪਣਾ ਹੈ ਉਹ ਤੂੰ ਤਾਂ ਕੋਈ ਲੁੱਟ ਹੀ ਨਹੀਂ ਸਕਦਾ, ਉਹਨੂੰ ਤਾਂ ਕੋਈ ਖੋ ਹੀ ਨਹੀਂ ਸਕਦਾ। ਇਹ ਤਾਂ ਆਪਣਾ ਹੈ ਹੀ ਨਹੀਂ ਜੋ ਲੈ ਗਏ ਸਨ। ਜੋ ਆਪਣਾ ਹੈ ਉਹ ਲੁੱਟਿਆ ਨਹੀਂ ਜਾ ਸਕਦਾ, ਉਹ ਖੋਇਆ ਨਹੀਂ ਜਾ ਸਕਦਾ। ਮੱਖਣ ਸ਼ਾਹ ਜੀ ਸਭ ਕੁਝ ਲੁਟਾ ਆਏ, ਵਾਪਸ ਕਰ ਆਏ। ਸੋਚਿਆ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਇਸ ਮਲੇਛ ਕੋਲ ਕਿਉਂ ਛੱਡੀਏ? ਉਹ ਗੁਪਤ ਰੂਪ 'ਚ ਰੱਖ ਲਿਆ, ਨੌਵੇਂ ਪਾਤਸ਼ਾਹ ਨੂੰ ਨਹੀਂ ਦੱਸਿਆ। ਸਤਿਗੁਰੂ ਜੀ ਕਹਿੰਦੇ ਚਲੋ ਧੰਨ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਦੇ ਦਰਸ਼ਨ ਕਰ ਆਈਏ। ਮੱਖਣ ਸ਼ਾਹ ਨਾਲ ਤਕਰੀਬਨ 300 ਤੋਂ 500 ਦੇ ਵਿਚਕਾਰ ਸੂਰਮੇ ਸਿਪਾਹੀ ਨਾਲ ਸਨ। ਬੜਾ ਵੱਡਾ ਸ਼ਾਹੂਕਾਰ ਸੀ। ਇਹ ਚੱਲ ਕੇ ਜਦੋਂ ਅੰਮ੍ਰਿਤਸਰ ਸਾਹਿਬ ਪੁੱਜੇ ਜਾ ਰਹੇ ਤੇ ਬਿਆਸ ਦਰਿਆ ਦੇ ਉੱਤੇ ਮਹਾਰਾਜ ਜੀ ਦੀ ਨਿਗਾਹ ਪਈ। ਇੱਕ ਸਿੱਖ ਨੇ ਸੀਸ ਤੇ ਸਰੂਪ ਸਜਾਇਆ ਤੇ ਚਵਰ ਝੁਲਾਉਂਦੇ ਆ ਰਹੇ। ਮਹਾਰਾਜ ਜੀ ਕਹਿੰਦੇ ਮੱਖਣ ਸ਼ਾਹ ਕੀ? ਕਹਿੰਦਾ ਜੀ ਉਹ ਸਰੂਪ ਹੈ। ਮਹਾਰਾਜ ਨੌਵੇਂ ਪਾਤਸ਼ਾਹ ਕਹਿਣ ਲੱਗੇ ਮੱਖਣ ਸ਼ਾਹ ਇਹ ਨਹੀਂ ਠੀਕ ਕੀਤਾ ਤੈਂ, ਇਹ ਸਰੂਪ ਸਾਡੇ ਪਿਤਾ ਜੀ ਨੇ ਦਿੱਤਾ ਸੀ ਧੀਰਮਲ ਨੂੰ, ਜੇ ਉਹਨਾਂ ਨੇ ਨਹੀਂ ਲਿਆ ਤੇ ਅਸੀਂ ਕਿਉਂ ਲਈਏ? ਆਪਣੇ ਪਿਤਾ ਦੇ ਬਚਨ ਦੀ ਅਵੱਗਿਆ ਨਹੀਂ ਕਰਨੀ। ਇਸੇ ਕਰਕੇ ਹੁਣ ਤੱਕ ਵੀ ਉਹ ਪਾਵਨ ਸਰੂਪ ਧੀਰਮਲੀਆਂ ਦੇ ਪਾਸ ਹੈ, ਪੰਥ ਨੇ ਨਹੀਂ ਲਿਆ, ਕਿਉਂਕਿ ਪਹਿਲਾਂ 6ਵੇਂ ਪਾਤਸ਼ਾਹ ਨੇ ਦਿੱਤਾ, 9ਵੇਂ ਪਾਤਸ਼ਾਹ ਨੇ ਵਾਪਸ ਮੋੜਿਆ ਦੁਬਾਰਾ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਜਦੋਂ ਪੱਥਰ ਛਾਪੇ ਦੇ ਸਰੂਪ ਲਿਖਾਉਣੇ ਸੀ ਨਾ, ਪੱਥਰ ਦੇ ਛਾਪੇ ਦੀ ਇਹ ਕਿਉਂਕਿ ਪਹਿਲਾਂ ਹੱਥ ਨਾਲ ਲਿਖੇ ਜਾਂਦੇ ਸੀ, ਫਿਰ ਪੱਥਰ ਛਾਪੇ ਦੇ ਸਰੂਪ ਆਏ, ਫਿਰ ਹੁਣ ਪ੍ਰਿੰਟਿੰਗ ਪ੍ਰੈਸਾਂ ਲੱਗੀਆਂ ਨੇ। ਹੁਣ ਇਸ ਤਰ੍ਹਾਂ ਸਰੂਪ, ਉਹ ਪੁਰਾਣੇ ਸਮੇਂ ਦੀ ਪ੍ਰਿੰਟਿੰਗ ਪ੍ਰੈਸ ਵੀ ਪੱਥਰ ਦੇ ਉੱਤੇ ਉੱਕਰ ਕੇ ਉਹਦੇ ਨਾਲ ਛਾਪਾ ਲਾਉਂਦੇ, ਉਹਨੂੰ ਪੱਥਰ ਦੇ ਛਾਪੇ ਦੇ ਸਰੂਪ ਕਹਿੰਦੇ ਸੀ। ਉਹ ਮਹਾਰਾਜਾ ਰਣਜੀਤ ਸਿੰਘ ਜੀ ਨੇ ਛਪਵਾਏ। ਉਹਨਾਂ ਨੇ ਸੁਧਾਈ ਕਰਨ ਵਾਸਤੇ ਕਰਤਾਰਪੁਰ ਸਾਹਿਬ ਵਾਲਾ ਇਹ ਪਾਵਨ ਸਰੂਪ ਲਾਹੌਰ ਮੰਗਵਾਇਆ, ਬੜੇ ਸਤਿਕਾਰ ਨਾਲ ਸੋਨੇ ਦੀ ਪਾਲਕੀ 'ਚ ਸੁਧਾਈ ਕਰਕੇ ਇਸ ਪਾਵਨ ਸਰੂਪ ਦੇ ਨਾਂ ਨਾਲ ਹਜ਼ਾਰਾਂ ਏਕੜ ਜ਼ਮੀਨ ਜਾਇਦਾਦ ਪਿੰਡਾਂ ਦੀ ਉਹ ਜਗੀਰ ਲਿਖ ਕੇ ਵਾਪਸ ਧੀਰਮਲ ਦੇ ਪਰਿਵਾਰ ਨੂੰ ਕਰਤਾਰਪੁਰ ਸਾਹਿਬ, ਹੁਣ ਵੀ ਉਸ ਪਾਵਨ ਸਰੂਪ ਦੇ ਨਾਂ ਨਾਲ ਸੈਂਕੜੇ ਕਿੱਲੇ ਜ਼ਮੀਨ ਜਾਇਦਾਦ ਮਹਾਰਾਜਾ ਰਣਜੀਤ ਸਿੰਘ ਜੀ ਦੀ ਲਾਈ ਹੋਈ ਹੈ। ਪੁਰਾਤਨ ਸਰੂਪਾਂ ਦੇ ਅੰਗ 1430 ਨਹੀਂ ਸੀ ਹੁੰਦੇ, ਇਸੇ ਕਰਕੇ ਕਈਆਂ ਨੂੰ ਭਰਮ ਪੈ ਜਾਂਦਾ ਵੀ 705 ਅੰਗ ਦੇ ਉੱਤੇ ਮੱਧ ਕਿਵੇਂ ਲੱਗਦਾ। ਪੁਰਾਣੇ ਸਰੂਪ 1430 ਅੰਗ ਨਹੀਂ ਸੀ ਹੁੰਦੇ। ਕਈ ਸਰੂਪਾਂ ਦੇ ਅੰਗ 1600 ਵੀ ਹੁੰਦੇ ਸੀ, ਕਈ ਸਰੂਪਾਂ ਦੇ ਅੰਗ 1800 ਵੀ ਹੁੰਦੇ ਸੀ, 1200 ਵੀ ਅੰਗ ਹੁੰਦੇ ਸੀ। ਕਿਉਂਕਿ ਹੱਥ ਨਾਲ ਲਿਖਦੇ ਸੀ, ਕੋਈ ਮੋਟੇ ਅੱਖਰਾਂ 'ਚ ਲਿਖ ਦਿੰਦਾ ਸੀ, ਕੋਈ ਬਰੀਕ ਲਿਖ ਦਿੰਦਾ ਸੀ। ਇਸ ਕਰਕੇ ਆਦ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਇੱਥੇ ਹੀ ਮੱਧ ਲੱਗਦਾ ਹੈ, ਕਿਉਂਕਿ ਸ਼ਬਦਾਂ ਦੀ ਗਿਣਤੀ ਦਾ ਜੋੜ ਇੱਥੇ ਤੱਕ ਸੱਜੇ ਖੱਬੇ ਪੂਰਨ ਹੁੰਦਾ ਹੈ। ਇਸ ਤਰ੍ਹਾਂ ਇਹ ਮਰਜ਼ਾਦਾ ਹੈ। ਉਹ ਸਰੂਪ ਜਦੋਂ 9ਵੇਂ ਪਾਤਸ਼ਾਹ ਦੀ ਨਿਗਾਹ ਪਈ, ਮਹਾਰਾਜ ਜੀ ਨੇ ਆਖਿਆ ਜੇ ਸਾਡੇ ਪਿਤਾ ਜੀ ਨੇ ਨਹੀਂ ਲਿਆ ਤੇ ਅਸੀਂ ਕਿਵੇਂ ਲਈਏ? ਉੱਥੇ ਬਿਆਸ ਦਰਿਆ ਦੇ ਕੰਢੇ ਤੇ ਹੁਣ ਵੀ ਅਸਥਾਨ ਹੈ ਗੁਰਦੁਆਰਾ ਅਮਾਨਤਸਰ ਸਾਹਿਬ। ਦਰਿਆ ਦੇ ਵਿੱਚ ਮਹਾਰਾਜ ਜੀ ਦਾ ਸਰੂਪ। ਦਰਿਆ ਬਿਆਸ ਨੂੰ ਕਿਹਾ ਤੇਰੇ ਕੋਲ ਅਮਾਨਤ ਰੱਖਣ ਲੱਗੇ ਆ, ਧੀਰਮਲ ਆਵੇਗਾ, ਸਾਡਾ ਨਾਂ ਲਵੇਗਾ ਨਾ ਜਦੋਂ ਵੱਡਿਆਂ ਸਤਿਗੁਰਾਂ ਦੇ ਸਮੇਤ,
ਤੇ ਤੂੰ ਇਹ ਅਮਾਨਤ ਸਾਡੀ ਤੇਰੇ ਕੋਲ ਰੱਖ ਚੱਲਿਆ, ਧੀਰਮਲ ਨੂੰ ਦੇ ਦੇਈਂ। ਉਧਰ ਧੀਰਮਲ ਨੂੰ ਸੁਨੇਹਾ ਭੇਜਿਆ। ਧੀਰਮਲ ਜਦੋਂ ਆਇਆ ਤੇ ਆ ਕੇ ਜਾਲ ਪਾਣ ਲੱਗਾ, ਕਈ ਕੁਝ ਕੀਤਾ, ਸਰੂਪ ਕਿੱਥੇ ਮਿਲੇ। ਫਿਰ ਇਹਨੂੰ ਕਿਸੇ ਆਖਿਆ ਵੀ ਅਰਦਾਸ ਕਰ। ਹੁਣ ਅਰਦਾਸ ਕਰੇ 8ਵੇਂ ਪਾਤਸ਼ਾਹ ਤੱਕ, 9ਵੇਂ ਪਾਤਸ਼ਾਹ ਦਾ ਨਾਂ ਨਾ ਲਵੇ, ਉਹਨਾਂ ਦੇ ਤਾਂ ਗੋਲੀਆਂ ਚਲਾਉਂਦਾ ਰਿਹਾ। ਕਿਸੇ ਆਖਿਆ ਜਦੋਂ ਤੱਕ 9ਵੇਂ ਪਾਤਸ਼ਾਹ ਦਾ ਤੂੰ ਨਾਂ ਨਹੀਂ ਲੈਂਦਾ, ਉਦੋਂ ਤੱਕ ਤੈਨੂੰ ਤੇਰੀ ਇਮਾਨਤ ਨਹੀਂ ਜੇ ਮਿਲਣੀ। ਫਿਰ ਇਹਨੇ ਬੱਧੇ ਰੁੱਧੇ ਸਤਿਗੁਰੂ 9ਵੇਂ ਪਾਤਸ਼ਾਹ ਦਾ ਨਾਂ ਲੈ ਕੇ ਅਰਦਾਸ ਕੀਤੀ, ਐ ਬਿਆਸ ਦਰਿਆ 9ਵੇਂ ਪਾਤਸ਼ਾਹ ਤੇਰੇ ਕੋਲ ਇਮਾਨਤ ਧਰ ਗਏ ਆ ਮੇਰੇ ਵਾਸਤੇ। ਉਸੇ ਵਕਤ ਤੋਂ ਪਾਵਨ ਸਰੂਪ ਦਰਿਆ ਦੇ ਉੱਪਰ ਔਰ ਜਲ ਮਹਾਰਾਜ ਜੀ ਦੇ ਸਰੂਪ ਨੂੰ ਸਪਰਸ਼ ਨਹੀਂ ਕੀਤਾ। ਐਸਾ ਉੱਥੇ ਇਤਿਹਾਸ ਹੈ, ਉਹ ਸਥਾਨ ਹੈ ਉੱਥੇ ਬਕਾਇਦਾ ਗੁਰਦੁਆਰਾ ਮਾਨਤਸਰ ਸਾਹਿਬ। ਆਪ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਗਏ। ਕੈਸੇ ਮਹਾਨ ਤਿਆਗੀ ਨੇ। ਭਜਾਣਾ ਹੁੰਦਾ ਧੀਰਮਲ ਹੋਣਾ ਨੂੰ ਇੱਕ ਅੱਖ ਦੇ ਫੋਰ 'ਚ ਭਜਾ ਸਕਦੇ ਸੀ ਬਾਬੇ ਬਕਾਲੇ ਤੋਂ। 500 ਸਿਪਾਹੀ ਨਾਲ ਸੀ, ਸੰਗਤ ਸਾਰੀ ਨਾਲ ਸੀ, ਕਿੱਡਾ ਕੁ ਕੰਮ ਸੀ। ਇਹਨਾਂ 22 ਮੰਜੀਆਂ ਆਪ 26 ਸਾਲਾਂ ਤੋਂ ਵੱਧ ਸਮਾਂ ਬਤੀਤ ਕੀਤਾ। ਵੇਖਿਆ ਵੀ ਇਹ ਆ ਕੇ ਕਾਬਜ ਹੋਣਾ ਚਾਹੁੰਦੇ, ਇੱਥੇ ਬਹਿ ਜਾਓ ਬਈ। ਆਪ ਛੱਡ ਕੇ ਚਲੇ ਗਏ ਬਕਾਲਾ। ਅੰਮ੍ਰਿਤਸਰ ਸਾਹਿਬ ਆਏ ਤੇ ਉੱਥੇ ਮਸੰਦਾਂ ਨੇ ਦਰਵਾਜ਼ੇ ਭੇੜ ਲਏ। ਮੇਣਿਆਂ ਦਾ ਕਬਜ਼ਾ ਸੀ, ਰਿਥੀਏ ਦੀ ਹੰਸ ਵੰਸ ਦਾ। ਦਰਵਾਜ਼ੇ ਬੰਦ ਕਰ ਲੈ, ਕਿਤੇ ਆ ਕੇ ਕਬਜ਼ਾ ਨਾ ਕਰ ਲੈਣ। ਤੇ ਮੇਰੇ ਸਾਹਿਬ ਜੀ ਨੇ ਬਾਹਰੋਂ ਹੀ ਨਮਸਕਾਰ ਕੀਤੀ, ਸਰੋਵਰ 'ਚ ਇਸ਼ਨਾਨ ਕੀਤਾ, ਅਕਾਲ ਤਖਤ ਸਾਹਿਬ ਦੇ ਨਾਲ ਕੁਝ ਸਮਾਂ ਸੱਜ ਬੈਠੇ ਔਰ ਮੁੱਖੋਂ ਬਚਨ ਫਰਮਾਇਆ, ਨਹਿ ਮਸੰਦ ਤੁਮ ਅੰਮ੍ਰਿਤ ਸਰੀਏ, ਤ੍ਰਿਸ਼ਨਾ ਅਗਨ ਕੀ ਲਹਿਰ ਮੇ ਜਰੀਏ। ਤੁਸੀਂ ਮਸੰਦ ਹੋ ਅੰਮ੍ਰਿਤਸਰ ਵਾਲਿਓ, ਤੁਸੀਂ ਮਸੰਦ ਨਹੀਂ ਹੋ, ਗੁਰੂ ਘਰ ਨਾਲ ਜੁੜੇ ਹੋਏ ਨਹੀਂ ਹੋ, ਤੁਸੀਂ ਤ੍ਰਿਸ਼ਨਾ ਦੀ ਅੱਗ 'ਚ ਸੜੇ ਹੋਏ ਹੋ। ਸਾਰੇ ਅੰਮ੍ਰਿਤਸਰ ਦੇ ਵਾਸੀਆਂ ਨੂੰ ਨਹੀਂ ਸੀ ਕਿਹਾ, ਇਕੱਲੇ ਮਸੰਦਾਂ ਨੂੰ ਕਿਹਾ ਸੀ। ਅੱਜ ਕੱਲ੍ਹ ਅੰਮ੍ਰਿਤਸਰ ਸਾਹਿਬ ਦੇ ਵਸਿੰਦਿਆਂ ਨੂੰ ਉਦਾਂ ਹੀ ਲੋਕ ਕਹਿ ਦਿੰਦੇ ਅੰਮ੍ਰਿਤ ਸਰੀਏ ਅੰਤਰ ਸੜੀਏ। ਨਾ ਬਈ, ਅੰਮ੍ਰਿਤਸਰ ਸਾਹਿਬ ਦੇ ਵਿੱਚ ਤਾਂ ਬੜੇ ਬੜੇ ਮਹਾਂਪੁਰਸ਼ ਗੁਰਸਿੱਖ ਵੀ ਸਨ ਉਸ ਵੇਲੇ। ਇਕੱਲੇ ਮਸੰਦਾਂ ਨੂੰ ਕਿਹਾ ਸੀ ਜਿਹੜੇ ਅੰਮ੍ਰਿਤਸਰ ਸਾਹਿਬ ਦੇ ਸਨ। ਅੰਮ੍ਰਿਤਸਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨਮਸਕਾਰ ਕੀਤੀ। ਚੱਲ ਕੇ ਉੱਥੋਂ ਗੁਰਿਆਣਾ ਸਾਹਿਬ, ਜਿਹਨੂੰ ਆਪਾਂ ਵੱਲੇ ਨਗਰ, ਮਹਾਰਾਜ ਜੀ ਉਤਰੇ। ਪਿੰਡ ਦੀਆਂ ਸੰਗਤਾਂ ਆਈਆਂ, ਸ਼ਾਮ ਦਾ ਵੇਲਾ ਸੀ, ਸੰਗਤ ਬਹੁਤ ਸੀ। ਮਾਈਆਂ ਇੰਨੀਆਂ ਉਦਮੀ ਸਨ ਉੱਥੇ, ਉਹਨਾਂ ਨੇ ਪਲਾਂ ਵਿੱਚ ਹੀ ਲੰਗਰ ਤਿਆਰ ਕਰ ਲਏ ਆਪਣੇ ਹੱਥੀਂ ਸੇਵਾ ਕਰਕੇ। ਤੇ 9ਵੇਂ ਪਾਤਸ਼ਾਹ ਜੀ ਮਹਾਰਾਜ ਜੀ ਬੜੇ ਖੁਸ਼ ਹੋਏ। ਉਹਨਾਂ ਮਾਈਆਂ ਨੂੰ ਵੇਖ ਕੇ ਪਾਤਸ਼ਾਹ ਨੇ ਵਰ ਬਖਸ਼ੇ, ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਆਖਿਆ, ਮਾਈਆਂ ਰੱਬ ਰਜਾਈਆਂ ਸੇਵਾ ਕਰਨੇ ਨੂੰ ਆਈਆਂ, ਮਾਈਆਂ ਰੱਬ ਰਜਾਈਆਂ ਸੇਵਾ ਕਰਨੇ ਨੂੰ ਆਈਆਂ। ਇਹ ਵੱਲੇ ਪਿੰਡ ਮਹਾਰਾਜ ਜੀ ਨੇ ਬਚਨ ਕੀਤੇ ਸੀ 9ਵੇਂ ਪਾਤਸ਼ਾਹ ਨੇ। ਹੁਣ ਵੀ ਤੁਸੀਂ ਵੇਖੋ, ਇਹ 9ਵੇਂ ਪਾਤਸ਼ਾਹ ਦੇ ਬਚਨ ਨੇ। ਜਿੱਥੇ ਸੇਵਾਵਾਂ ਹੁੰਦੀਆਂ ਹੋਣਗੀਆਂ ਨਾ ਗੁਰੂ ਘਰ ਵਿੱਚ, ਵੱਧ ਗਿਣਤੀ ਭਾਈਆਂ ਨਾਲੋਂ ਮਾਈਆਂ ਦੀ ਹੁੰਦੀ। ਦੀਵਾਨ ਸਜੇ ਹੋਣ, ਗੁਰਮਤ ਦੀਵਾਨ ਸਜੇ ਹੋਣ, ਉੱਥੇ ਵੀ ਭਾਈਆਂ ਨਾਲੋਂ ਵੱਧ ਗਿਣਤੀ ਮਾਈਆਂ ਦੀ। ਇਹ 9ਵੇਂ ਪਾਤਸ਼ਾਹ ਦੀਆਂ ਬਖਸ਼ਿਸ਼ਾਂ। ਮਾਈਆਂ ਰੱਬ ਰਜਾਈਆਂ ਸੇਵਾ ਕਰਨੇ ਨੂੰ ਆਈਆਂ। ਇਹ ਤਾਂ ਉਦਾਂ ਬਾਅਦ ਵਿੱਚ ਸਾਡੇ ਵਰਗੇ ਗਿਆਨੀਆਂ ਨੇ ਬੰਗਤੀ ਜੋੜ ਲਈ, ਜਦੋਂ ਵਿੱਚ ਕੋਈ ਕਥਾ ਕੀਰਤਨ ਦੇ ਗੱਲਬਾਤ ਕਮਾਈਆਂ ਕਰਨ ਲੱਗ ਪੈਣ ਵੀ ਮਾਈਆਂ ਅਸੀਂ ਮਾਈਆਂ ਰੱਬ ਰਜਾਈਆਂ ਰੌਲਾ ਪਾਣ ਨੂੰ ਆਈਆਂ। ਇਹ ਤਾਂ ਬਾਅਦ ਵਿੱਚ ਜੋੜੀ। 9ਵੇਂ ਪਾਤਸ਼ਾਹ ਨੇ ਵਰ ਬਖਸ਼ੇ, ਸੇਵਾ ਕਰਨੇ ਨੂੰ ਆਈਆਂ। ਇੱਥੇ ਮਹਾਰਾਜ ਜੀ ਬਖਸ਼ਿਸ਼ਾਂ ਕਰਕੇ ਹੁਣ ਵੀ ਅੰਮ੍ਰਿਤਸਰ ਸਾਹਿਬ ਜਦੋਂ ਉੱਥੇ ਮੇਲਾ ਲੱਗਦਾ ਨਾ ਬੱਲੇ, ਮਹੀਨਾ ਭਰ, ਅੰਮ੍ਰਿਤਸਰ ਸਾਹਿਬ ਦੇ ਵਿੱਚ ਇੱਕ ਦਿਨ ਦੇ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਜਿਤਨੀ ਵੀ ਗੁਰੂ ਕੀ ਸੰਗਤ ਹੈ, 9ਵੇਂ ਪਾਤਸ਼ਾਹ ਦੇ ਉਸ ਸਥਾਨ ਤੇ ਉਹਨਾਂ ਦਿਨਾਂ ਵਿੱਚ ਹਾਜ਼ਰੀ ਭਰ ਕੇ ਆਉਂਦੇ ਹੈ। ਹੁਣ ਵੀ ਮਰਜ਼ਾਦਾ ਹੈ ਉੱਥੇ ਅੰਮ੍ਰਿਤਸਰ ਸਾਹਿਬ। ਪਾਤਸ਼ਾਹ ਉੱਥੋਂ ਚੱਲ ਕੇ
ਆਖਿਆ ਪਿਤਾ ਜੀ ਦੀ ਨਗਰੀ ਚੱਲੀਏ ਕੀਰਤਪੁਰ ਸਾਹਿਬ, ਤੇ ਉੱਥੇ ਬਾਬੇ ਸੂਰਜਮਲ ਨੂੰ ਪਿੱਸੂ ਪੈ ਗਏ ਵੀ ਕਿਤੇ ਹੁਣੇ ਆ ਕੇ ਕੀਰਤਪੁਰ ਸਾਹਿਬ ਤੇ ਕਬਜ਼ਾ ਨਾ ਕਰ ਲੈਣ। ਵੇਖਿਆ ਵੀ ਭਰਾ ਦੇ ਮਨ 'ਚ ਸ਼ੰਕਾ ਆਉਂਦਾ। ਮੇਰੇ ਸਾਹਿਬ ਨੌਵੇਂ ਪਾਤਸ਼ਾਹ ਕਹਿੰਦੇ ਬਾਬਾ ਜੀ ਤੁਸੀਂ ਵਸੋ ਇੱਥੇ। ਆਨੰਦਪੁਰ ਸਾਹਿਬ ਵਾਲੀ ਜਗ੍ਹਾ ਮੁੱਲ ਖਰੀਦੀ ਮਾਤਾ ਜੀ ਦੇ ਨਾਂ ਤੇ ਪਿੰਡ ਬੱਧਾ ਇੱਥੇ ਆਨੰਦਪੁਰ ਸਾਹਿਬ ਨਿਵਾਸ ਰੱਖਿਆ। ਕੁਝ ਸਮਾਂ ਇੱਥੇ ਰਹੇ ਤੇ ਗਰੀਬਨਵਾਜ ਪਾਤਸ਼ਾਹ ਪੂਰਬ ਦਿਸ਼ਾ ਦੀ ਯਾਤਰਾ ਨੂੰ ਚੱਲ ਪਏ। ਪਹਿਲਾ ਮਾਲਵਾ ਰਟਨ ਕੀਤਾ। ਮਾਲਵਾ ਰਟਨ ਕਰਨ ਵੇਲੇ ਪਾਤਸ਼ਾਹ ਨੇ ਮਾਲਵੇ ਦੇ ਬਹੁਤ ਸਾਰੇ ਪਿੰਡਾਂ ਨੂੰ ਤਾਰਿਆ। ਨੌਵੇਂ ਪਾਤਸ਼ਾਹ ਅੱਜ ਇੱਥੇ ਆਪਾਂ ਬੈਠੇ ਆ, ਪਾਤਸ਼ਾਹ ਨੇ ਇੱਥੇ ਮਾਲਵੇ ਨੂੰ ਜਾਂਦਿਆਂ ਚਰਨ ਪਾਏ। ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਭਾਗ ਰਾਮ ਨੂੰ ਮਹਾਰਾਜ ਜੀ ਨੇ ਇੱਥੇ ਆ ਕੇ ਮਾਲਵੇ ਨੂੰ ਜਾਂਦਿਆਂ ਕਿਰਤਾਰਥ ਕੀਤਾ ਸੀ। ਆਕੜ ਪਿੰਡ ਦੇ ਵਿੱਚ ਕੌੜੀ ਨਿੰਮ ਮਿੱਠੀ ਕੀਤੀ ਸੀ। ਬਹਾਦਰਗੜ੍ਹ ਸਾਹਿਬ ਦੀ ਧਰਤੀ ਨੂੰ ਪਾਤਸ਼ਾਹ ਨੇ ਭਾਗ ਲਾਏ ਸਨ। ਇੱਥੋਂ ਪਾਤਸ਼ਾਹ ਜਦੋਂ ਮਾਲਵੇ ਨੂੰ ਗਏ ਨੇ, ਇੱਧਰ ਭਵਾਨੀਗੜ੍ਹ ਆਦਿਕ ਨਗਰਾਂ ਤੋਂ ਹੁੰਦਿਆਂ ਹੋਇਆਂ ਬਰਨਾਲੇ ਤੱਕ ਪਾਤਸ਼ਾਹ ਰਸਤੇ 'ਚ ਬੇਅੰਤ ਪਿੰਡ ਹੰਡਿਆਇਆ। ਇਸੇ ਤਰ੍ਹਾਂ ਅਲੀ ਸ਼ੇਰ ਤੇ ਪੰਧੇਰ ਇਹ ਪਿੰਡ ਆਉਂਦੇ ਆ ਬਹੁਤ ਸਾਰੇ। ਮਹਾਰਾਜ ਜੀ ਦੇ ਸਥਾਨ ਉਧਰ ਰਸੂਲੀਸਰ ਸਾਹਿਬ ਹੈ। ਮਾਲਵੇ ਦੇ ਇਲਾਕੇ 'ਚ ਨੌਵੇਂ ਪਾਤਸ਼ਾਹ ਨੇ ਬੜੀ ਕਿਰਪਾ ਕੀਤੀ ਗੁਰੂ ਤੇਗ ਬਹਾਦਰ ਸਾਹਿਬ ਨੇ। ਇਹ ਪਛੜੇ ਹੋਏ ਲੋਕ ਸੀ, ਇਹਨਾਂ ਅੰਦਰ ਭਗਤੀ ਦੇ ਸੰਸਕਾਰ ਨਹੀਂ ਸਨ। ਮਾਲਵੇ ਦੇ ਇਲਾਕੇ ਦੇ ਲੋਕਾਂ ਦੇ ਹਿਰਦਿਆਂ 'ਚ ਭਗਤੀ ਦੀ ਕਣੀ ਨੌਵੇਂ ਪਾਤਸ਼ਾਹ ਨੇ ਜਗਾਈ। ਗਰੀਬਨਵਾਜ ਸਾਹਿਬ ਇਹ ਵੇਖੋ ਪਿੰਡਾਂ ਦੇ ਲੋਕ ਕਿਹੋ ਜਿਹੇ ਸੀ, ਭੋਲੇ ਭਾਲੇ। ਅਲੀ ਸ਼ੇਰ ਪਹੁੰਚੇ ਤੇ ਪਹਿਲਾਂ ਪੰਧੇਰ ਪਹੁੰਚੇ ਤੇ ਪੰਧੇਰ ਵਾਲਿਆਂ ਨੇ ਸਤਿਗੁਰਾਂ ਦਾ ਆ ਕੇ ਕੋਈ ਸੇਵਾ ਟਹਿਲ ਨਹੀਂ ਕੀਤੀ। ਅਲੀ ਸ਼ੇਰ ਪਿੰਡ ਮਹਾਰਾਜ ਜੀ ਚਲੇ ਗਏ ਨੌਵੇਂ ਪਾਤਸ਼ਾਹ ਅੱਗੇ, ਤੇ ਪੰਧੇਰ ਵਾਲਿਆਂ ਨੂੰ ਪਤਾ ਲੱਗਾ ਵੀ ਉਹ ਤਾਂ ਗੁਰੂ ਸੀ। ਕਹਿੰਦੇ ਚਲੋ ਆਪਾਂ ਵੀ ਚੱਲਦੇ ਆ, ਦੇ ਆਉਨੇ ਆ ਦਰਸ਼ਨ। ਕਰ ਨਹੀਂ ਆਉਂਦੇ, ਦੇ ਆਉਨੇ ਆ ਦਰਸ਼ਨ। ਕਿਵੇਂ ਜਾਈਦਾ? ਕਹਿੰਦੇ ਗੁੜ ਲੈ ਚੱਲੋ। ਕੁਝ ਪੈਸਿਆਂ ਦੇ ਨਾ ਆਨੇ ਉਹ ਥੈਲੀ ਜੀ ਭਰ ਲਈ ਤੇ ਲੈ ਕੇ ਵੀ ਇਹ ਭੇਟਾ ਕਰਾਂਗੇ। ਗੁੜ ਦੀ ਵੱਡੀ ਜੀ ਭੇਲੀ ਲੈ ਲਈ ਤੇ ਲੈ ਕੇ ਜਦੋਂ ਟੁਰੇ ਤੇ ਅੱਗੇ ਇੱਕ ਸਿੱਖ ਨੌਵੇਂ ਪਾਤਸ਼ਾਹ ਦੇ ਦਰਸ਼ਨ ਕਰਕੇ ਮੁੜਿਆ ਆਉਂਦਾ। ਉਹਨੂੰ ਕਹਿੰਦੇ ਕਿੱਥੋਂ ਆਇਆ? ਕਹਿੰਦੇ ਦਰਸ਼ਨ ਕਰਕੇ। ਕੀ ਦੇ ਕੇ ਆਇਆ ਗੁਰੂ ਨੂੰ? ਉਹ ਕਹਿੰਦਾ ਉੱਥੇ ਦੇਈਦਾ ਥੋੜੀ ਹੈ, ਭੇਟਾ ਕਰੀਦੀ ਹੈ। ਕਹਿੰਦੇ ਜੇ ਨਾ ਕਰੀਏ? ਕਹਿੰਦੇ ਕੋਈ ਗੱਲ ਨਹੀਂ, ਦਰਸ਼ਨ ਤਾਂ ਹੋ ਹੀ ਜਾਂਦੇ ਆ। ਕਹਿੰਦੇ ਫਿਰ ਅਸੀਂ ਉਂਝੇ ਗੁੜ ਚੁੱਕੀ ਫਿਰਦੇ ਆ। ਪਹਿਲਾਂ ਉਹਨਾਂ ਨੇ ਗੁੜ ਤੋੜਿਆ ਆਪਸ। ਕਹਿੰਦੇ ਜੇ ਉੱਥੇ ਜਾ ਕੇ ਦਿੱਤਾ ਖਾਣ ਨੂੰ ਨਹੀਂ ਮਿਲਣਾ, ਉੱਥੇ ਤਾਂ ਬਹੁਤੇ ਹੋਣਗੇ ਤੇ ਸਾਰਿਆਂ 'ਚ ਵੰਡਿਆ ਜਾਣਾ, ਸਾਨੂੰ ਥੋੜਾ ਥੋੜਾ ਹੀ ਆਉਣਾ। ਉੱਥੇ ਬਹਿ ਕੇ ਪਹਿਲਾਂ ਗੁੜ ਦੀ ਭੇਲੀ ਭੰਨੀ ਤੇ ਰਲ ਕੇ ਆਪ ਖਾਧੀ। ਜਿਹੜੇ ਉਹ ਆਨੇ ਸੀ ਉਹ ਵੀ ਲੁਕੋ ਗਏ ਵੀ ਜੇ ਕਿਤੇ ਉੱਥੇ ਨਾਲ ਲੈ ਗਏ ਕਿਤੇ ਗੁਰੂ ਜੀ ਮੰਗੀ ਨਾ ਲੈਣ। ਤੇ ਗੁੜ ਦੀ ਭੇਲੀ ਭੰਨ ਕੇ ਖਾ ਕੇ ਫਿਰ ਸਤਿਗੁਰਾਂ ਕੋਲ ਪਹੁੰਚੇ। ਮਹਾਰਾਜ ਜੀ ਕੋਲ ਆ ਕੇ ਬਹਿ ਗਏ, ਨਮਸਕਾਰ ਕੀਤੀ। ਕੁਝ ਕੁ ਸਮਾਂ ਬਹਿ ਗਏ ਨਾ, ਕਹਿੰਦੇ ਚੰਗਾ ਮਹਾਰਾਜ ਜੀ ਅਸੀਂ ਹੁਣ ਚੱਲਨੇ ਆ। ਵੀ ਜਿਵੇਂ ਬੜਾ ਸਾਨ ਜਿਹਾ ਕਰਨ ਆਏ ਹੁੰਦੇ ਆ। ਨੌਵੇਂ ਪਾਤਸ਼ਾਹ ਵੇਖ ਕੇ ਹੱਸੀ ਜਾਂਦੇ। ਇਹ ਵੀ ਵਿਚਾਰਿਆਂ ਦਾ ਕੋਈ ਦੋਸ਼ ਨਹੀਂ, ਸੋਝੀ ਵੀ ਹੋਣੇ ਆ। ਦਇਆ ਦੇ ਘਰ ਵਿੱਚ ਆਏ, ਆਖਿਆ ਜਾਓ ਭਾਈ। ਉੱਥੇ ਇੱਕ ਕਹਾਵਤ ਪ੍ਰਸਿੱਧ ਹੋ ਗਈ, ਭੇਲੀ ਭੰਨ ਕੇ ਗੁਰਾਂ ਦੀ ਖਾਧੀ ਭੁੱਖਿਆਂ ਪੰਧੇਰਾਂ ਨੇ। ਪਰ ਮੇਰੇ ਸਾਹਿਬ ਚਰਨ ਜੋ ਪਾ ਗਏ ਸਨ ਉੱਥੇ, ਤੇ ਸਾਹਿਬ ਦੇ ਚਰਨ ਪੈਣੇ ਕਰਕੇ ਉਹ ਧਰਤੀ ਨੂੰ ਇਹੋ ਜਿਹੇ ਭਾਗ ਲੱਗੇ। ਅੱਜ ਉੱਥੇ ਸਤਿਗੁਰਾਂ ਦੇ ਸਿੱਖੀ ਦੇ ਪ੍ਰਚਾਰ ਦੇ ਕੇਂਦਰ ਸੁਸ਼ੋਭਿਤ ਨੇ। ਬੇਅੰਤ ਗੁਰੂ ਕੇ ਸਿੱਖ ਉੱਥੇ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰਦੇ ਤੇ ਗੁਰੂ ਨਾਨਕ ਦੀ ਸਿੱਖੀ ਕਮਾਉਂਦੇ। ਉਦੋਂ ਭਾਵੇਂ ਨਾ ਸਮਝੇ ਪਰ ਪਾਤਸ਼ਾਹ ਜਾਣਦੇ ਸਨ ਸਮਾਂ ਆਉਣ ਤੇ ਬੀਜ ਬੀਜ ਦਿੱਤਾ ਉੱਗੇਗਾ। ਚੱਲ ਕੇ ਪਾਤਸ਼ਾਹ ਪਹੁੰਚੇ। ਬੇਅੰਤ ਨਗਰਾਂ ਨੂੰ ਤਾਰਦਿਆਂ ਹੋਇਆਂ ਮਾਲਵੇ ਦੇ ਇਲਾਕੇ ਚੋਂ
ਪਾਤਸ਼ਾਹ ਪੂਰਬ ਦਿਸ਼ਾ ਨੂੰ ਗਏ। ਕਲਗੀਧਰ ਸਵਾਮੀ ਜੀ ਲਿਖਦੇ ਆ, ਮੁਰ ਪਿਤ ਪੂਰਬ ਕੀਸ ਪਿਆਨਾ, ਭਾਂਤ ਭਾਂਤ ਕੇ ਤੀਰਥ ਨਾਨਾ। ਪੂਰਬ ਦਿਸ਼ਾ ਦੀ ਯਾਤਰਾ ਨੂੰ ਚਲਦਿਆਂ ਪਾਤਸ਼ਾਹ ਜੀ ਮਹਾਰਾਜ ਧਮਧਾਨ ਸਾਹਿਬ ਆਦਿਕ ਨਗਰਾਂ ਨੂੰ ਸਿੱਖੀ ਦਾ ਕੇਂਦਰ ਬਣਾਇਆ। ਇੱਥੇ ਸਾਹਿਬ ਜੀ ਨੇ ਭਾਈ ਮੀਆਂ ਸਾਹਿਬ ਵਰਗੇ ਗੁਰਸਿੱਖਾਂ ਤੇ ਬਖਸ਼ਿਸ਼ਾਂ ਕੀਤੀਆਂ। ਲੰਮਾ ਇਤਿਹਾਸ ਹੈ। ਧਮਧਾਨ ਸਾਹਿਬ ਤੋਂ ਸਿੱਖੀ ਦਾ ਕੇਂਦਰ ਬਣਾ ਕੇ ਅਨੇਕਾਂ ਨਗਰਾਂ ਨੂੰ ਤਾਰਦਿਆਂ ਕੁਰੂਕਸ਼ੇਤਰ ਆਦਿਕ, ਪਾਤਸ਼ਾਹ ਬਣੀ ਬਦਰਪੁਰ ਆਦਿਕ ਨਗਰ ਵਸਾਉਂਦਿਆਂ ਮਾਇਆ ਜਿੱਥੇ ਇਕੱਠੀ ਹੁੰਦੀ ਦੇ ਦਿੰਦੇ। ਕਿਸੇ ਨੂੰ ਕਹਿੰਦੇ ਖੂਹ ਲਾ ਦਿਓ, ਕਿਸੇ ਨੂੰ ਕਹਿੰਦੇ ਬਾਗ ਲਾ ਦਿਓ, ਕਿਸੇ ਨੂੰ ਕਹਿੰਦੇ ਨਗਰ ਵਸਾ ਦਿਓ। ਇੱਕ ਬਦਰਾ ਮਹਾਰਾਜ ਜੀ ਨੇ ਭਰਿਆ ਦਿੱਤਾ। ਇੱਧਰ ਹਰਿਆਣੇ ਦੇ ਵਿੱਚ ਯਮੁਨਾ ਨਗਰ ਦੇ ਇਲਾਕੇ 'ਚ ਪਿੰਡ ਹੈ ਬਣੀ ਬਦਰਪੁਰ। ਉਹ 9ਵੇਂ ਪਾਤਸ਼ਾਹ ਦੇ ਬਚਨਾਂ ਨਾਲ ਵਸਿਆ। ਉੱਥੋਂ ਦਾ ਇੱਕ ਸਾਧ ਸੀ, ਉਹਦਾ ਨਾਂ ਸੀ ਮਲੂਕ ਦਾਸ। ਉਹਨੂੰ ਪਤਾ ਲੱਗਾ ਗੁਰੂ ਜੀ ਆਏ ਹੈ। ਮਹਾਰਾਜ ਜੀ ਦੇ ਦਰਸ਼ਨ ਕੀਤੇ ਬਿਨਾਂ ਪਰਤ ਗਿਆ। ਕਿਉਂ? ਸਤਿਗੁਰੂ ਜੀ ਸ਼ਿਕਾਰ ਖੇਡ ਕੇ ਹਟੇ ਸੀ। ਉਹ ਕਹਿੰਦਾ ਵੀ ਇਹਦਾ ਸ਼ਿਕਾਰ ਖੇਡਦੇ। ਉਹ ਵੈਸ਼ਨਵ ਸਾਧ ਸੀ ਮਲੂਕ ਦਾਸ। ਭੋਗ ਲਵਾਉਂਦਾ ਸੀ ਰੋਜ਼ ਭਗਵਾਨ ਦੀ ਮੂਰਤ ਦੇ ਸਾਹਮਣੇ ਰੱਖ ਕੇ। ਤੇ ਅੱਜ ਉਹਨੇ ਜਦੋਂ ਭੋਗ ਲਵਾਇਆ ਨਾ, ਤੇ ਥਾਲ ਰੱਖ ਕੇ ਬਾਅਦ ਵਿੱਚ ਜਦੋਂ ਚੁੱਕਿਆ ਤੇ ਕੀ ਵੇਖਦਾ, ਥਾਲ ਵਿੱਚ ਮਾਸ ਹੀ ਭਰਿਆ ਪਿਆ ਸਾਰਾ। ਇੱਕਦਮ ਹੈਰਾਨ ਹੋ ਗਿਆ। ਫਿਰ ਪਤਾ ਲੱਗਾ ਵੀ ਜਿਹਦੇ ਤੇ ਕਿੰਤੂ ਕਰਕੇ ਆਇਆ ਵੀ ਉਹ ਸ਼ਿਕਾਰ ਖੇਡਦੇ ਐ, ਇਹ ਉਹਨਾਂ ਦੀ ਲੀਲਾ। ਸੋਚਦਾ ਵੀ ਹੁਣ ਆਪ ਬੁਲਾਉਣਗੇ ਤੇ ਜਾਵਾਂਗਾ। ਸਤਿਗੁਰਾਂ ਨੇ ਪਾਲਕੀ ਭੇਜੀ ਵੀ ਸੰਤ ਜੀ ਨੂੰ ਲਿਆਓ ਬੁਲਾ ਕੇ ਮਲੂਕ ਦਾਸ ਜੀ ਨੂੰ। ਪਾਲਕੀ ਭੇਜ ਕੇ ਮਲੂਕ ਦਾਸ ਨੂੰ ਆਪਣੇ ਕੋਲੇ ਸੱਦਿਆ ਤੇ ਮਲੂਕ ਦਾਸ ਨੇ ਆ ਕੇ ਆਖਿਆ, ਪਾਪੀ ਮਲੂਕਾ ਪੇਟ ਕਾ। ਉਹਨੇ ਦੋਹਰਾ ਉਚਾਰਿਆ, ਪਾਪੀ ਮਲੂਕਾ ਪੇਟ ਕਾ। ਮਹਾਰਾਜ ਮੈਂ ਤਾਂ ਢਿੱਡੋਂ ਪਾਪੀ ਆ, ਗੁਨਾਹ ਕੀਤਾ ਤੁਹਾਡੇ ਤੇ ਸ਼ੰਕਾ ਕਰਕੇ। ਭਗਤੀ ਕਿਸੇ ਹੋਰ ਦੇ ਭਾਗਾਂ ਦੀ ਸੀ, ਤੁਸੀਂ ਤਰਸ ਕਰਕੇ ਮੈਨੂੰ ਦੇ ਦਿੱਤੀ। ਤੇ 9ਵੇਂ ਪਾਤਸ਼ਾਹ ਨਾ ਕਹਿੰਦੇ, ਨਾ ਮਲੂਕ ਦਾਸ, ਤੇਰੇ ਭਾਗਾਂ ਦੀ ਭਗਤੀ ਤੈਨੂੰ ਹੀ ਦਿੱਤੀ। ਮਲੂਕ ਦਾਸ ਵਰਗੇ ਭਗਤਾਂ ਨੂੰ ਕਰਤਾਰਥ ਕਰਕੇ ਸਤਿਗੁਰੂ ਜੀ ਪੂਰਬ ਨੂੰ ਵਧੇ ਨੇ। ਅਨੇਕਾਂ ਨਗਰਾਂ ਨੂੰ ਪਵਿੱਤਰ ਕਰਦਿਆਂ ਯੂਪੀ ਦੇ ਵਿੱਚ, ਫਿਰ ਅੱਗੇ ਇਲਾਹਾਬਾਦ, ਬਨਾਰਸ, ਚਲਦੇ ਚਲਦੇ ਪਾਤਸ਼ਾਹ ਸ੍ਰੀ ਪਟਨਾ ਸਾਹਿਬ ਪੁੱਜੇ। ਪਟਨਾ ਸਾਹਿਬ ਤੋਂ ਪਹਿਲਾਂ ਇੱਕ ਨਗਰ ਆਉਂਦਾ ਸਸਾਰਾਮ। ਸਸਾਰਾਮ ਵਿੱਚ ਇੱਕ ਗੁਰੂ ਘਰ ਦਾ ਪਿਆਰਾ ਸੇਵਕ ਹੈ, ਚਾਚਾ ਫੱਗੂ, ਜਿਹਨੂੰ ਫੱਗੂ ਮੱਲ ਕਹਿੰਦੇ ਆ। ਨਾਂ ਸੀ ਉਹਦਾ ਪ੍ਰਸਿੱਧ ਚਾਚਾ ਫੱਗੂ। ਗੁਰੂ ਘਰ ਦਾ ਮਸੰਦ ਸੀ। ਇੰਨਾ ਪਿਆਰਾ ਸੇਵਕ ਸੀ ਮੇਰੇ ਸਾਹਿਬ ਦੇ ਦਰ ਘਰ ਦਾ। ਮਾਇਆ ਉਗਰਾ ਕੇ ਸੰਗਤ ਕੋਲੋਂ ਲਿਆਉਣੀ ਵੀ 9ਵੇਂ ਪਾਤਸ਼ਾਹ ਆ ਰਹੇ ਨੇ ਇਸ ਪਾਸੇ। ਘਰ ਬਣਾਇਆ, ਆਪਣਾ ਮਕਾਨ ਬਣਾਇਆ, ਵੱਡਾ ਜਿਹਾ ਦਰਵਾਜ਼ਾ ਰੱਖਿਆ। ਕਿਸੇ ਆਖਿਆ, ਉਹ ਫੱਗੂ ਆ ਕੀ ਕੀਤਾ ਜੇ? ਘਰ ਦਾ ਛੱਤ ਉਹਨਾਂ ਉੱਚਾ ਨਹੀਂ ਜਿੰਨਾ ਉੱਚਾ ਤੂੰ ਦਰਵਾਜ਼ੇ ਦਾ ਉੱਚਾ ਰੱਖ ਲਿਆ। ਆਖਿਆ, ਮੇਰੇ ਸਾਹਿਬਾਂ ਨੇ ਆਉਣਾ, ਮੈਂ ਨਹੀਂ ਚਾਹੁੰਦਾ ਮੇਰੇ ਘਰ 'ਚ ਪੈਦਲ ਚੱਲ ਕੇ ਆਉਣ, ਘੋੜੇ ਤੇ ਚੜੇ ਚੜਾਏ ਅੰਦਰ ਆਉਣ ਤੇ ਸਿੱਧੇ ਪਲੰਗੇ ਤੇ ਸੱਜ ਜਾਣ। ਤੁਰੇ ਜਾਂਦੇ ਕੱਲੇ ਕੱਲੇ ਘਰ ਦੇ ਵਿੱਚ। ਸੰਗਤੇ ਕਿਸੇ ਦਸਵੰਧ ਦੇਣਾ ਦੇ ਦਿਓ। ਇੱਕ ਗਰੀਬ ਸਿੱਖ ਦੇ ਘਰ ਇੱਕ ਸਿੱਖਣੀ ਝਾੜੂ ਵੀ ਫੇਰੇ, ਕੁਝ ਵੀ ਨਹੀਂ ਸੀ ਘਰ। ਆਖਿਆ, ਬੀਬਾ ਕੋਈ ਸੇਵਾ ਪਾਣੀ ਆ ਤਾਂ ਪਾ ਦੇ। ਆਖਿਆ, ਕੁਝ ਨਹੀਂ, ਜੋ ਹੈ ਉਹਦੇ ਗੁੱਸੇ ਵਿੱਚ ਸੀ। ਕਹਿੰਦੀ, ਆ ਹੀ ਹੈ ਕੂੜਾ ਹੀ। ਕਹਿੰਦੇ, ਝੋਲੀ ਕਰਕੇ ਕਹਿੰਦੇ ਲਿਆ ਹੀ ਪਾ ਦੇ। ਕੂੜੇ ਦੀ ਝੋਲੀ ਭਰ ਕੇ ਜਦੋਂ ਘਰ ਲੈ ਆਏ, ਵਿੱਚੋਂ ਇੱਕ ਬੇਰੀ ਦੀ ਗਿਟਕ ਨਿਕਲੀ, ਬੀਜ। ਉਹ ਬੀਜ ਦਿੱਤਾ। 9ਵੇਂ ਪਾਤਸ਼ਾਹ ਜੀ ਨੂੰ ਉਡੀਕਣ ਲੱਗਾ, ਮੇਰੇ ਸਾਹਿਬ ਆਓ, ਦਰਸ਼ਨ ਦਿਓ। ਪਾਤਸ਼ਾਹ ਥੋੜਾ ਜਿਹਾ ਚੱਲੇ ਸਨ ਬਨਾਰਸ ਤੋਂ। ਇੰਨੇ ਪ੍ਰੇਮ ਵਿੱਚ ਬੇਬਲ ਹੋ ਗਏ ਚਾਚੇ ਫੱਗੂ ਦੇ। ਸੰਗਤ ਨੂੰ ਕਹਿੰਦੇ, ਤੁਸੀਂ ਆ ਜਾਓ, ਅਸੀਂ ਚੱਲੇ ਆ। ਘੋੜੇ ਨੂੰ ਹਵਾ ਕਰਕੇ
ਪਾਤਸ਼ਾਹ ਇਕੱਲੇ ਹੀ ਹਵਾ ਦੇ ਵਿੱਚ, ਮਾਨੋ ਜਿਵੇਂ ਘੋੜਾ ਹਵਾ 'ਚ ਹੀ ਉੱਡਦਾ ਜਾਂਦਾ ਹੋਵੇ, ਚਾਚੇ ਫੱਗੂ ਦੇ ਵਿਹੜੇ ਵਿੱਚ ਘੋੜੇ ਤੇ ਚੜੇ ਚੜਾਇਆ ਅੰਦਰ ਆਏ। ਦਰਸ਼ਨ ਪਹਿਲੋਂ ਨਹੀਂ ਸੀ ਕੀਤੇ ਚਾਚੇ ਫੱਗੂ ਮੱਲ ਨੇ, ਪਹਿਲੀ ਵਾਰੀ ਦਰਸ਼ਨ ਕੀਤੇ। ਵੇਖ ਕੇ ਪੁੱਛਿਆ ਕੌਣ? ਤੇ ਮੇਰੇ ਸਾਹਿਬ ਨੌਵੇਂ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੂੰ ਅਰਦਾਸਾਂ ਕਰਕੇ ਰੋਜ਼ ਬੁਲਾਉਣਾ। ਚਰਨਾਂ ਤੇ ਸਿਰ ਧਰਿਆ, ਮੱਥਾ ਟੇਕਿਆ, ਨਮਸਕਾਰ ਕੀਤੀ। ਪਾਤਸ਼ਾਹ ਦੇ ਚਰਨਾਂ ਨੂੰ ਏਦਾਂ ਰਕਾਬ ਨੂੰ ਹੱਥਾਂ 'ਚ ਲੈ ਕੇ ਘੋੜੇ ਤੋਂ ਲਾਇਆ। ਪਲੰਘਾ ਸਜਿਆ ਹੋਇਆ ਸੀ, ਪਾਤਸ਼ਾਹ ਦਾ ਚੰਦੋਆ ਤਾਣਿਆ ਹੋਇਆ ਸੀ। ਪਾਤਸ਼ਾਹ ਨੂੰ ਬਿਠਾ ਕੇ ਨਮਸਕਾਰ ਕੀਤੀ। ਇੰਨੇ ਨੂੰ ਪਿੱਛੇ ਸਾਥੀ ਵੀ ਪਹੁੰਚ ਗਏ। ਉਦਾਸੀ ਮਹਾਂਪੁਰਸ਼ਾਂ ਦਾ, ਬਹੁਤ ਸਾਰੇ ਸਾਧੂਆਂ ਦਾ ਟੋਲਾ ਮਹਾਰਾਜ ਜੀ ਦੇ ਨਾਲ ਸੀ। ਇਤਿਹਾਸਕਾਰ ਕਹਿੰਦੇ ਕੁਰੂਕਸ਼ੇਤਰ ਤੋਂ ਇਹ ਸਾਰੇ ਸਾਧੂ ਨਾਲ ਰਲੇ ਸਨ। ਪਾਤਸ਼ਾਹ ਜਦੋਂ ਪਹੁੰਚ ਗਏ, ਪਾਤਸ਼ਾਹ ਕਹਿੰਦੇ ਲਿਆ ਵੀ ਭੇਟਾ ਸਾਡੀ ਜਿਹੜੀ ਸੰਗਤ ਕੋਲੋਂ ਇਕੱਠੀ ਕੀਤੀ। ਕੱਲੀ ਕੱਲੀ ਚੀਜ਼ ਹਾਜ਼ਰ ਕੀਤੀ। ਪਾਤਸ਼ਾਹ ਕਹਿੰਦੇ ਫੱਗੂ ਭੇਟਾ ਰੱਖ ਲਈ ਜੇ, ਸਾਰੀ ਨਹੀਂ ਪਹੁੰਚੀ। ਫੱਗੂ ਮੱਲ ਜੀ ਨੇ ਗੁੱਸਾ ਨਹੀਂ ਕੀਤਾ ਵੀ ਮੇਰੇ ਤੇ ਸ਼ੱਕ ਕਰ ਦਿਓ ਮਹਾਰਾਜ, ਮਹਾਰਾਜ ਜੀ ਭੁੱਲਣ ਅੰਦਰ ਆ, ਕਿਤੇ ਕੁਝ ਰਹਿ ਗਿਆ ਹੋਵੇਗਾ। ਮਹਾਰਾਜ ਜੀ ਕਹਿੰਦੇ ਚੇਤਾ ਕਰ, ਕੁਝ ਤਾਂ ਰੱਖ ਲਿਆ ਤਾਂ। ਫਿਰ ਚੇਤਾ ਆਇਆ, ਹਾਂ ਮਹਾਰਾਜ ਆਹ ਬੇਰੀ ਜਿਹੜੀ ਹੈ। ਪਾਤਸ਼ਾਹ ਕਹਿੰਦੇ ਆ ਧੰਨ ਹੈ ਫੱਗੂ, ਜਿਸ ਘਰ 'ਚ ਤੂੰ ਇਹ ਲੈ ਕੇ ਆਇਆ ਉਸ ਘਰ ਦੇ ਵਿੱਚ ਵੀ ਰਿੱਧੀਆਂ ਸਿੱਧੀਆਂ ਤੇ ਬਰਕਤਾਂ ਵਸਣਗੀਆਂ। ਤਦੇ ਕਲਗੀਧਰ ਸਵਾਮੀ ਨੇ ਬਚਨ ਲਿਖੇ ਨੇ, ਤੇਗ ਬਹਾਦਰ ਸਿਮਰਿਆ ਘਰ ਨੌ ਨਿਧਿਆਵੈ ਧਾਏ। ਉੱਥੇ ਨਹੀਂ ਜੇ ਕਮੀ ਰਹਿੰਦੀ ਜਿੱਥੇ ਨੌਵੇਂ ਪਾਤਸ਼ਾਹ ਨੂੰ ਯਾਦ ਕਰੀਏ। ਪਟਨਾ ਸਾਹਿਬ ਪਹੁੰਚੇ, ਜਗਤਮਲ ਸੇਠ ਦਾ ਪਾਰ ਉਤਾਰਾ ਕੀਤਾ। ਪਹਿਲੇ ਜਾਮੇ 'ਚ ਜਿਹੜੇ ਬਚਨ ਕਹੇ ਸੀ ਨਾ ਸਾਲਸਰਾਏ ਜੌਹਰੀ ਨੂੰ, ਉਹ ਪਾਤਸ਼ਾਹ ਨੇ ਸਫਲੇ ਕੀਤੇ। ਇੱਥੋਂ ਅਸਾਮ ਨੂੰ ਗਏ, ਧੋਬੜੀ ਸਾਹਿਬ ਵਾਲੇ ਪਾਵਨ ਸਥਾਨ ਨੂੰ ਪਵਿੱਤਰ ਕੀਤਾ। ਮਾਲਦਾ, ਕਲਕੱਤਾ, ਜਗਨਨਾਥਪੁਰੀ ਤੱਕ ਨੌਵੇਂ ਪਾਤਸ਼ਾਹ ਨੇ ਜਾ ਕੇ ਜੀਵਾਂ ਨੂੰ ਕਿਰਤਾਰਥ ਕੀਤਾ। ਜਦੋਂ ਇਹਨਾਂ ਨਗਰਾਂ 'ਚ ਫਿਰ ਰਹੇ ਸੀ ਨਾ, ਇੱਥੇ ਇਹ ਉਹ ਰੂਟ ਸੀ ਸਾਰਾ ਜਿਹੜਾ ਗੁਰੂ ਨਾਨਕ ਸਾਹਿਬ ਦਾ ਸੀ ਪਹਿਲਾਂ ਉਦਾਸੀ ਵੇਲੇ, ਉਸੇ ਰੂਟ ਤੇ ਗਏ ਨੌਵੇਂ ਪਾਤਸ਼ਾਹ। ਜਦੋਂ ਉਹਨਾਂ ਨਗਰਾਂ ਵਿੱਚ ਆਉਂਦੇ ਤੇ ਨਗਰ ਨਿਵਾਸੀ ਪਾਤਸ਼ਾਹ ਦੇ ਚਰਨਾਂ ਤੇ ਮੱਥਾ ਟੇਕ ਕੇ ਕਹਿੰਦੇ ਮਹਾਰਾਜ 200 ਸਾਲ ਤੋਂ ਵੱਧ ਸਮਾਂ ਲਾ ਦਿੱਤਾ ਮੁੜ ਕੇ ਆਉਣ ਨੂੰ। ਪਹਿਲੇ ਜਾਮੇ 'ਚ ਆਏ ਸੋ ਤੇ ਮੁੜ ਕੇ ਅੱਜ ਪੇ ਦਰਸ਼ਨ ਦਿੰਦੇ ਹੋ। ਪਰ ਸ਼ੁਕਰ ਹੈ ਤੁਹਾਡਾ ਕਿ ਤੁਸੀਂ ਆ ਕੇ ਸਾਡੀ ਬਾਤ ਪੁੱਛ ਲਈ, ਆ ਕੇ ਦਰਸ਼ਨ ਦਿੱਤੇ। ਅਨੇਕ ਨਗਰਾਂ ਨੂੰ ਪਾਵਨ ਕਰਕੇ ਗੁਰੂ ਨਾਨਕ ਦੀ ਸਿੱਖੀ ਦਾ ਪ੍ਰਚਾਰ ਪ੍ਰਸਾਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਜੀ ਨੇ ਕੀਤਾ। ਪਹਿਲੇ ਪਾਤਸ਼ਾਹ ਤੋਂ ਬਾਅਦ ਅਗਰ ਸਭ ਤੋਂ ਵੱਧ ਵਿਚਰ ਕੇ ਜੇ ਪ੍ਰਚਾਰ ਕਿਸੇ ਗੁਰੂ ਸਾਹਿਬ ਨੇ ਕੀਤਾ ਤਾਂ ਉਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਨੇ ਕੀਤਾ। ਅੱਜ ਸਾਹਿਬਾਂ ਦਾ ਪ੍ਰਕਾਸ਼ ਪੁਰਬ ਹੈ। ਸਾਰੀਆਂ ਸੰਗਤਾਂ ਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਵਣ। ਉੱਥੇ ਅੱਜ ਮਹਾਰਾਜ ਭਗਤ ਧੰਨਾ ਜੀ ਦਾ ਵੀ ਪਵਿੱਤਰ ਜਨਮ ਦਿਹਾੜਾ ਹੈ। ਅੱਜ ਦੇ ਦਿਨ ਰਾਜਸਥਾਨ ਵਿੱਚ ਜ਼ਿਲ੍ਹਾ ਟਾਂਕ ਦੇ ਇੱਕ ਨਗਰ ਵਿੱਚ ਭਗਤ ਧੰਨਾ ਜੀ ਨੇ ਜਨਮ ਲਿਆ। ਜ਼ਿਮੀਂਦਾਰਾਂ ਦੇ ਪਰਿਵਾਰਾਂ ਵਿੱਚ ਜਨਮ ਲਿਆ। ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਕੀਤੀ ਨਿਰਛਲ ਹੋ ਕੇ ਬਾਲ ਬੁੱਧ ਸਹਿਤ, ਔਰ ਐਸੀ ਭਗਤੀ ਕੀਤੀ ਕਿ ਵਾਹਿਗੁਰੂ ਨੂੰ ਪ੍ਰਤੱਖ ਕਰ ਲਿਆ ਆਪਣੇ ਸਨਮੁਖ। ਐਸੀ ਭਗਤੀ ਕੀਤੀ ਤੇ ਭਗਤੀ ਕਰਕੇ ਕਹਿੰਦੇ ਆ ਦੁਨੀਆ ਆਰਤੀ ਕਰਦੀ ਆ ਮੇਰੇ ਸਾਹਿਬ, ਮੈਂ ਆਰਤਾ ਕਰਦਾ, ਮੈਂ ਤਾਂ ਸਿੱਧਾ ਸਾਦਾ ਜੱਟ ਜ਼ਿਮੀਂਦਾਰ ਹਾਂ, ਮੇਰਾ ਆਰਤਾ ਪ੍ਰਵਾਨ ਕਰੋ, ਮੈਂ ਆਰਤਾ ਕਰਦਾ ਹਾਂ। ਲੋਕ ਆਰਤੀ ਕਰਦੇ ਆ, ਮਹਾਰਾਜ ਸਾਡਾ ਆਰਤਾ ਹੈ ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਤਾ। ਮਹਾਰਾਜ ਜਿਹੜੇ ਤੇਰੀ ਭਗਤੀ ਕਰਦੇ ਆ ਤੂੰ ਉਹਨਾਂ ਦੇ ਕੰਮ ਕਰਦਾ ਹੈ,
ਤੇ ਮੈਂ ਕੱਲਾ ਸਾਰਾ ਦਿਨ ਫਾਹੇ ਲੱਗਾ ਰਹਿਣਾ, ਕਦੇ ਆਪੇ ਹਲ ਵਾਵਾਂ, ਆਪੇ ਖੂਹ ਜੋੜਾਂ, ਆਪੇ ਪਸ਼ੂ ਚਾਰਾਂ, ਗਊਆਂ ਚਾਰਾਂ, ਮੈਂ ਕੱਲੀ ਜਾਨ ਕੀ ਕੀ ਕਰਾਂ। ਤੇਰੀ ਭਗਤੀ ਵੀ ਕਰਨੀ ਹੁੰਦੀ ਆ, ਟਾਈਮ ਉਧਰ ਵੀ ਕੱਢਣਾ, ਤੇ ਮੇਰੇ ਕੰਮ ਤੈਂ ਨਹੀਂ ਸਵਾਰਨੇ ਆ ਗਏ। ਤੇ ਵਾਹਿਗੁਰੂ ਆਪ ਹੀ ਆਉਂਦੇ, ਆਪ ਹੀ ਆ ਕੇ ਹਲ ਵਾਉਂਦੇ ਆ, ਧੰਨੇ ਦੀ ਮੱਝੀਆਂ ਵੀ ਚਾਰਦੇ ਆ, ਖੇਤਾਂ ਦੇ ਨੱਕੇ ਵੀ ਮੋੜਦੇ ਆ। ਇਹ ਅਸੀਂ ਸਿੱਧੀ ਸਾਦੀ ਸਰਲ ਭਗਤੀ ਕਹਿੰਦੇ ਆ ਵੀ ਜਿਹੜੇ ਭੋਲੇ ਹੁੰਦੇ, ਇਹੋ ਜੀ ਭੋਲੇ ਭਾਏ ਪਰਮੇਸ਼ਰ ਦੀ ਭਗਤੀ ਕਰਦੇ ਆ, ਉਹ ਰੱਬ ਦੇ ਵਿੱਚ ਭੇਦ ਹੁੰਦੇ ਆ। ਪਰ ਮੈਂ ਕਹਿੰਦਾ ਜਿਹੜੇ ਇਹੋ ਜੀ ਅਵਸਥਾ ਵਾਲੇ ਨੇ ਉਹੀ ਰੱਬ ਹੁੰਦੇ ਆ, ਧਰਤੀ ਦੇ ਉੱਤੇ ਤੁਰਦੇ ਫਿਰਦੇ ਰੱਬ, ਜਿਹੜੇ ਇਹੋ ਜੀ ਅਵਸਥਾ ਦੇ ਮਾਲਕ ਹੁੰਦੇ ਆ। ਭਗਤ ਧੰਨਾ ਜੀ, ਭਗਤ ਧੰਨਾ ਜੀ ਦੇ ਪਾਵਨ ਜਨਮ ਦਿਹਾੜੇ ਦੀਆਂ ਵੀ ਆਪ ਜੀ ਨੂੰ ਵਧਾਈਆਂ। ਆਓ ਅੰਮ੍ਰਿਤ ਵੇਲੇ ਜੋ ਪਾਵਨ ਮੁਖ ਵਾਕ ਬਖਸ਼ੇ ਨੇ ਸਤਿਗੁਰਾਂ ਨੇ, ਅਖਰੀ ਅਰਥ ਆਪਾਂ ਸਰਵਣ ਕਰ ਲਈਏ। ਗੁਰੂ ਚਰਨਾਂ ਵਿੱਚ ਹਾਜ਼ਰੀਆਂ ਲਵਾਓ, ਰਸਨਾ ਪਵਿੱਤਰ ਕਰਦੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾਂ। ਮਾਤ ਪਿਤਾ ਸੁਤ ਬੰਧਪ ਭਾਈ। ਬਿਲਾਵਲ ਰਾਗ ਹੈ, ਪੰਜਵੇਂ ਪਾਤਸ਼ਾਹ ਬਚਨ ਫਰਮਾਉਂਦੇ ਆ, ਅਕਾਲ ਪੁਰਖ ਮੇਰੀ ਮਾਂ ਵੀ ਹੈ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪਿਤਾ ਬਣ ਕੇ, ਪੁੱਤਰ ਬਣ ਕੇ, ਰਿਸ਼ਤੇਦਾਰ ਤੇ ਭਾਈ ਬਣ ਕੇ। ਨਾਨਕ ਹੋਵਾ ਪਾਰ ਬ੍ਰਹਮ ਸਹਾਈ। ਪਾਰ ਬ੍ਰਹਮ ਵਾਹਿਗੁਰੂ ਪਰਮੇਸ਼ਰ ਪੰਜਵੇਂ ਪਾਤਸ਼ਾਹ ਕਹਿੰਦੇ ਆ, ਉਹ ਸਹਾਈ ਹੁੰਦਾ ਜਿੱਥੇ ਜਿਸ ਰਿਸ਼ਤੇਦਾਰ ਸਰਬੰਧੀ ਦੀ ਮਾਂ ਬਾਪ ਦੀ ਲੋੜ ਪੈਂਦੀ ਹੈ, ਉੱਥੇ ਉਹ ਮਾਈ ਬਾਪ ਬਣ ਕੇ ਨਾਲ ਨਿਭਦਾ ਹੈ। ਸੁਖ ਸਹਿਜ ਆਨੰਦ ਘਣੇ। ਉਹਦੇ ਘਰ ਵਿੱਚ ਸੁੱਖ ਵੀ ਹੈ, ਉਹਦੇ ਘਰ ਵਿੱਚ ਸਹਿਜ ਵੀ ਹੈ, ਉਹਦੇ ਘਰ ਵਿੱਚ ਘਣਾ ਆਨੰਦ ਹੈ। ਗੁਰ ਪੂਰਾ ਪੂਰੀ ਜਾ ਕੀ ਬਾਣੀ। ਅਨਕ ਗੁਣਾ ਜਾ ਕੇ ਜਾਹੇ ਨਾ ਗਣੇ। ਮੇਰਾ ਗੁਰੂ ਪੂਰਾ ਹੈ, ਉਹਦੀ ਬਾਣੀ ਪੂਰੀ ਹੈ। ਅਨੇਕ ਗੁਣ ਨੇ ਮੇਰੇ ਵਾਹਿਗੁਰੂ ਵਿੱਚ, ਜਿਹੜੇ ਗਿਣੇ ਨਹੀਂ ਜਾ ਸਕਦੇ। ਰਹਾਉ ਸਗਲ ਸਰੰਜਾਮ ਕਰੇ ਪ੍ਰਭ ਆਪੇ। ਮੇਰੇ ਵਾਸਤੇ ਸਾਰੇ ਉਪਾਅ ਮੇਰੇ ਪ੍ਰਭੂ ਨੇ ਆਪ ਹੀ ਕੀਤੇ। ਸਰੰਜਾਮ ਕਹਿੰਦੇ ਆ ਉਪਾਅ ਨੂੰ। ਮੇਰੇ ਵਾਸਤੇ ਮੇਰੇ ਸਾਰੇ ਉਪਾਅ ਮਸੀਲੇ ਮੇਰੇ ਅਕਾਲ ਪੁਰਖ ਵਾਹਿਗੁਰੂ ਨੇ ਆਪ ਹੀ ਕੀਤੇ ਹਨ। ਭਏ ਮਨੋਰਥ ਸੋ ਪ੍ਰਭ ਜਾਪੇ। ਉਸ ਪ੍ਰਭੂ ਦਾ ਜਾਪ ਜਪ ਕੇ ਮੇਰੇ ਸਾਰੇ ਮਨੋਰਥ ਪੂਰਨ ਹੋ ਗਏ ਹਨ। ਅਰਥ ਧਰਮ ਕਾਮ ਮੋਖ ਕਾ ਦਾਤਾ। ਮੇਰੇ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਅਰਥ ਧਰਮ ਕਾਮ ਮੋਖ ਚਾਰੇ ਪਦਾਰਥਾਂ ਦੇ ਦਾਤੇ ਹਨ। ਚਾਰੇ ਪਦਾਰਥ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਸੇਵਕਾਂ ਨੂੰ ਬਖਸ਼ ਕੇ ਨਿਵਾਜਦੇ ਹਨ। ਪੂਰੇ ਭਏ ਸਿਮਰ ਸਿਮਰ ਵਿਧਾਤਾ। ਆਪਣੇ ਵਿਧਾਤੇ ਨੂੰ ਸਿਮਰ ਸਿਮਰ ਕੇ ਮੇਰੀ ਘਾਲਣਾ ਪੂਰੀ ਪੈ ਗਈ ਹੈ। ਮੇਰੀ ਘਾਲਣਾ ਪੂਰਨ ਹੋ ਗਈ, ਸੰਪੂਰਨ ਹੋ ਗਈ। ਸਾਧ ਸੰਗ ਨਾਨਕ ਰੰਗ ਮਾਣਿਆ। ਸਾਧ ਸੰਗਤ ਵਿੱਚ ਆ ਕੇ ਪੰਜਵੇਂ ਪਾਤਸ਼ਾਹ ਕਹਿੰਦੇ ਅਸੀਂ ਪਰਮੇਸ਼ਰ ਦੀ ਭਗਤੀ ਦਾ ਰੰਗ ਮਾਣਿਆ ਹੈ। ਘਰ ਆਇਆ ਪੂਰਾ ਗੁਰ ਆਣਿਆ। ਘਰ ਆ ਗਏ, ਆਪਣੇ ਨਿਜ ਘਰ ਵਿੱਚ ਆਏ ਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰਕੇ ਲੈ ਕੇ ਆਏ ਸਾਨੂੰ ਆਪਣੇ ਨਿਜ ਘਰ ਵਿੱਚ। ਸਤਿਗੁਰੂ ਜੀ ਕਿਰਪਾ ਕਰਨ, ਪਾਵਨ ਵਿਚਾਰ ਸਾਡੇ ਹਿਰਦਿਆਂ 'ਚ ਵਸੇ। ਇੱਕ ਵਾਰ ਫੇਰ ਸਾਰੀਆਂ ਸੰਗਤਾਂ ਨੂੰ ਸਤਿਗੁਰਾਂ ਦੇ ਪਾਵਨ ਪੁਰਬਾਂ ਦੀਆਂ, ਭਗਤ ਧੰਨਾ ਜੀ ਦੇ ਪਾਵਨ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਵਣ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਾਡੀ ਸਾਰਿਆਂ ਦੀ ਹਾਜ਼ਰੀ ਆਪਣੇ ਚਰਨਾਂ 'ਚ ਲਾ ਲੈਣ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ। ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ। ਕਰ ਨਿਦ ਆਵੈ ਧਾਏ, ਕਰ ਨਿਦ ਆਵੈ ਧਾਏ।
ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ। ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ। ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ। ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।